ਟੈਨ ਹੁੰਦੀ ਆ, ਕਲਰ ਪ੍ਰੋਡਿਊਸਿੰਗ ਹੁੰਦੇ ਆ। ਸੋ ਜਿੱਦਾਂ ਕਿ ਟੈਨਿਨਸ ਦਾ ਨਾਮ ਵੀ ਇੰਡੀਕੇਟ ਟੈਨ ਤੋਂ ਬਣਿਆ ਹੋਇਆ। ਟੈਨ ਜਿਹੜਾ ਹੈਗਾ ਕਲਰ ਪ੍ਰੋਡਿਊਸਿੰਗ ਕੰਪਾਊਂਡ ਹੁੰਦਾ, ਟੈਨਿੰਗ ਕਰਦੇ ਕਿਸੇ ਚੀਜ਼ ਦੀ। ਸੋ ਜਿਹੜੇ ਈਵਨ ਜਿਹੜਾ ਲੈਦਰ ਇੰਡਸਟਰੀਜ਼ ਹੈਗੀਆਂ ਬਹੁਤ ਜਾਂ ਕੁਛ ਹੋਰ ਹੈਗੀਆਂ, ਉਹਦੇ ਵਿੱਚ ਜਿਹੜੇ ਨੈਚੁਰਲ ਡਾਈ ਸਬਸਟਾਂਸ ਯੂਜ਼ ਕਰਦੇ ਹਾਂ ਆਪਾਂ ਪਲਾਂਟਸ ਨੂੰ ਯੂਜ਼ ਕਰਦੇ ਹਾਂ। ਪਲਾਂਟਸ ਤੋਂ ਅਦਰ ਵੀ ਬਾਕੀ ਸਾਰੀਆਂ ਡਾਈਜ਼ ਵੀ ਬਣੀਆਂ ਹੋਈਆਂ, ਪਰ ਨੈਚੁਰਲੀ ਵੀ ਜਿਹੜੀਆਂ ਕਲਰ ਦੇ ਦਿੰਦੀਆਂ ਹੁੰਦੇ ਆ ਟੈਨਿਨਸ। ਸੋ ਬਿਕੋਜ਼ ਆਫ ਇਟਸ ਪ੍ਰੋਪਰਟੀ ਟੂ ਟੈਨ ਇਟ ਇਜ਼ ਯੂਜ਼ਡ ਇਨ ਲੈਦਰ ਇੰਡਸਟਰੀਜ਼। ਇਫ ਜਿਹੜੀਆਂ ਆਪਾਂ ਲੈਦਰ ਇੰਡਸਟਰੀ 'ਚ ਆਪਾਂ ਕੀ ਯੂਜ਼ ਕਰਦੇ ਹਾਂ, ਸਕਿਨ ਯੂਜ਼ ਕਰਦੇ ਹਾਂ ਨਾ, ਸਕਿਨ ਤੋਂ ਲੈਦਰ ਪ੍ਰੋਡਿਊਸ ਹੁੰਦੀ ਆ। ਸੋ ਜਿਹੜਾ ਲੈਦਰ ਦਾ ਵੀ ਕਲਰ ਹੁੰਦਾ, ਦਿਸ ਇਜ਼ ਡਨ ਵਿਦ ਦੀ ਹੈਲਪ ਆਫ ਟੈਨਿਨਸ। ਐਂਡ ਟੈਨਿਨਸ ਆਰ ਵਾਟ? ਟੈਨਿਨਸ ਆਰ ਸੈਕੰਡਰੀ ਮੈਟਾਬੋਲਾਈਟਸ। ਸੋ ਇੱਕ ਟੈਨਿਨਸ ਦਾ ਮੋਸਟ ਇੰਪੋਰਟੈਂਟ ਟੈਸਟ ਆ, ਜਿਹੜਾ ਇੰਪੋਰਟੈਂਟ ਟੈਸਟ ਆ ਤੁਸੀਂ ਯਾਦ ਰੱਖਿਓ, ਗੋਲਡ ਬੀਟਰ ਸਕਿਨ ਟੈਸਟ। ਟੈਨਿਨਸ ਦੀ ਨੂੰ ਆਪਾਂ ਜਦੋਂ ਦੇਖਦੇ ਹੈਗੇ ਆ, ਉਹਦੇ ਲਈ ਆਪਾਂ ਟੈਨਿਨਸ ਫਾਈਂਡ ਆਊਟ ਕਰਨ ਲਈ ਕਿ ਕਿਸੇ ਪਲਾਂਟ ਦੇ ਵਿੱਚ ਟੈਨਿਨਸ ਹੈ ਜਾਂ ਨਹੀਂ, ਉਹਦੇ ਲਈ ਇੱਕ ਬਹੁਤ ਅੱਛਾ ਟੈਸਟ ਹੈਗਾ ਗੋਲਡ ਬੀਟਰ ਸਕਿਨ ਟੈਸਟ। ਇਹਦੇ ਨਾਲ ਕੀ ਹੁੰਦਾ ਵਾ ਕਿ ਜਦੋਂ ਅਸੀਂ ਇਹਦੇ ਨਾਲ ਕਲਰ ਆ ਜਾਂਦਾ ਕਿਸੇ ਵੀ ਚੀਜ਼ ਉੱਪਰ। ਐਂਡ these are secondary metabolites and are present in cell sap and vacuoles। ਟੈਨਿਨਸ ਕਿੱਥੇ ਪ੍ਰੈਜ਼ੈਂਟ ਹੁੰਦੇ ਆ? ਸੈਲ ਸੈਪ ਦੇ ਵਿੱਚ ਔਰ ਵੈਕਿਊਲਸ 'ਤੇ ਹੁੰਦੇ ਆ, ਔਰ ਇਹਨਾਂ ਦੀ ਡਾਈ ਕਰਨ ਦੀ ਕੈਪੇਬਿਲਿਟੀ ਹੁੰਦੀ ਹੈ। ਐਂਡ ਕੈਮੀਕਲੀ these are astringent and have the capacity to combine with proteins and precipitate them। ਕਲਰ ਕਿਉਂ ਛੱਡਦੇ ਹੈਗੇ ਆ? ਕਿਉਂਕਿ ਇਹ ਕੀ ਆ, ਐਸਟ੍ਰਿੰਜੈਂਟ ਆ, ਪ੍ਰੋਟੀਨਸ ਦੇ ਨਾਲ ਬਾਈਂਡ ਹੋ ਜਾਂਦੇ ਆ ਔਰ ਉਹਨੂੰ ਉਹਦੇ ਪ੍ਰੈਸੀਪੀਟੇਟ ਬਣਾ ਦਿੰਦੇ ਆ ਔਰ ਉਹਨੂੰ ਨਾਲ ਕਲਰ ਪ੍ਰੋਵਾਈਡ ਕਰਦੇ ਆ। ਸੋ ਟੈਨਿਨਸ ਆਰ ਕੰਪਲੈਕਸ ਔਰਗੈਨਿਕ ਨੋਨ ਨਾਈਟ੍ਰੋਜਨਸ। ਆਪਾਂ ਅਲਕੇਲੋਇਡ ਵਗੈਰਾ ਪੜ੍ਹਿਆ ਸੀਗਾ ਕਿ ਉਹ ਨਾਈਟ੍ਰੋਜਨ ਕੰਟੇਨਿੰਗ ਸੀਗੇ, ਬਟ ਜਿਹੜੇ ਸਾਡੇ ਟੈਨਿਨਸ ਹੈਗੇ ਆ ਉਹ ਕੀ ਆ, ਨੋਨ ਨਾਈਟ੍ਰੋਜਨਸ, ਇਹਦੇ ਵਿੱਚ ਨਾਈਟ੍ਰੋਜਨ ਪ੍ਰੈਜ਼ੈਂਟ ਨਹੀਂ ਹੁੰਦਾ। ਸੋ ਦੀਜ਼ ਆਰ ਕੰਪਲੈਕਸ ਔਰਗੈਨਿਕ ਨੋਨ ਨਾਈਟ੍ਰੋਜਨਸ polyphenolic substance of higher molecular weight। ਇਹਦੀਆਂ ਪ੍ਰੋਪਰਟੀਜ਼ ਕੀ ਹੈਗੀਆਂ? ਇੱਕ ਤਾਂ ਮੈਂ ਤੁਹਾਨੂੰ ਦੱਸਿਆ ਕਿ ਡਾਈ ਦੇ ਵਿੱਚ ਕਨਵਰਟ ਹੋ ਜਾਂਦਾ, ਡਾਈ ਕਰਨ 'ਚ ਹੈਲਪਫੁਲ ਆ। ਸੈਕਿੰਡ ਹੈਗਾ ਇਟ ਇਜ਼ ਯੂਜ਼ਡ ਐਜ਼ ਐਂਟੀਸੈਪਟਿਕਸ ਇਨ ਗੈਸਟ੍ਰੋਇੰਟੇਸਟਾਈਨਲ ਡਿਜ਼ੀਜ਼ ਲਾਈਕ ਡਾਇਰੀਆ। ਦੇ ਆਰ ਆਲਸੋ ਯੂਜ਼ਡ ਇਨ ਲੈਦਰ ਇੰਡਸਟਰੀਜ਼। ਸੋ ਪ੍ਰੋਪਰਟੀਜ਼ ਦੱਸੋ ਕੀ, ਦੇਖੋ ਕਿਹੜੀਆਂ ਕਿਹੜੀਆਂ। ਫਸਟ ਆਫ ਆਲ ਇਟ ਇਜ਼ ਵਾਟਰ ਸੋਲੂਬਲ। ਮੈਂ ਤੁਹਾਨੂੰ ਦੱਸਿਆ ਕਿ ਟੈਨਿਨਸ ਬਹੁਤ ਜਲਦੀ ਸਾਨੂੰ ਕਲਰ ਦੇ ਦਿੰਦੇ ਆ, ਇਹਦਾ ਮਤਲਬ ਇਹ ਵਾਟਰ 'ਚ ਵੀ ਬਹੁਤ ਜਲਦੀ ਘੁਲ ਜਾਂਦੇ ਹੈਗੇ ਆ, ਕਿਉਂਕਿ ਜੇ ਈਜ਼ੀਲੀ ਮਤਲਬ ਨਹੀਂ ਦਿੰਦੇ ਹੈਗੇ ਕਨਵਰਟ ਨਹੀਂ, ਵੈਸੇ ਤਾਂ ਕੰਪਲੈਕਸ ਹੈਗੇ ਆ, ਨੋਨ ਨਾਈਟ੍ਰੋਜਨਸ ਹੈਗੇ ਆ, ਪਰ ਪਾਣੀ ਦੇ ਵਿੱਚ ਬਹੁਤ ਜਲਦੀ ਘੁਲਦੇ ਔਰ ਕਲਰ ਪ੍ਰੋਵਾਈਡ ਕਰ ਦਿੰਦੇ ਆ। ਬਹੁਤ ਜ਼ਿਆਦਾ ਵਧੀਆ ਸੋਰਸ ਹੈਗਾ ਡਾਈ ਦਾ ਇਹ। ਦੈਨ ਇਟ ਇਜ਼ ਆਲਸੋ ਸੋਲੂਬਲ ਇਨ ਅਲਕੋਹਲ, ਡਿਲੂਟ ਅਲਕਲੀਜ਼, ਗਲਿਸਰੀਨ ਐਂਡ ਐਸੀਟੋਨ, but insoluble in organic solvents like benzene, ether and chloroform। So it is insoluble in organic solvent but soluble in water, alcohol and etc। ਸੌਰਵ ਸਰ ਤੁਸੀਂ ਤੋੜ ਹੀ ਨਾ ਦਈਓ ਇਹ, ਜਿੱਦਾਂ ਤੁਸੀਂ ਤਿੰਨੋਂ ਜਾਣੇ ਲੱਗੇ ਨਾ, ਮੈਨੂੰ ਲੱਗਦਾ ਨਹੀਂ ਅੱਜ ਮਸ਼ੀਨ ਰੂਮ 'ਚ ਕੁਝ ਬਚਣਾ। ਉੱਤੋਂ ਮੈਨੂੰ ਡਿਸਟਰਬ ਕਰਨਾ ਸ਼ੁਰੂ ਕੀਤਾ ਹੋਇਆ। So tannins possess tanning properties and with ferric salt, ਹੁਣ different salts ਦੇ ਨਾਲ different color ਵੀ ਦਿੰਦੇ ਆ। tannins with ferric salts give blue, black, violet and green color। And it is also used as antidote in alkaloidal and heavy metal poisoning। antidote ਕੀ ਹੁੰਦਾ? ਜਿਹੜਾ ਟੌਕਸਿਨਸ ਰਿਲੀਜ਼ ਕਰ ਦਿੰਦੇ ਆ, ਟੌਕਸਿਨਸ ਨੂੰ ਖਤਮ ਕਰ ਦਿੰਦੇ ਆ, ਉਹਨੂੰ ਆਪਾਂ ਬੋਲਦੇ ਹਾਂ ਐਂਟੀਡੋਟਸ। ਸੋ ਜਿਹੜੇ ਟੈਨਿਨਸ ਹੈਗੇ ਆ ਅਲਕੋਲਾਈਡਲ ਜਾਂ ਫਿਰ ਹੈਵੀ ਮੈਟਲ ਪੋਇਜ਼ਨਿੰਗ ਹੁੰਦੀ ਆ, ਉਹਨੂੰ ਟਰੀਟ ਕਰਨ ਦੇ ਲਈ ਆਪਾਂ ਯੂਜ਼ ਕਰਦੇ ਹਾਂ ਐਜ਼ ਏ ਐਂਟੀਡੋਟ। ਐਂਡ ਇਨ ਐਕੁਅਸ ਸੋਲਿਊਸ਼ਨ ਟੈਨਿਨਸ ਪ੍ਰੋਡਿਊਸ ਐਸਿਡਿਕ ਰਿਐਕਸ਼ਨ ਐਂਡ ਹੈਵ ਐਸਟ੍ਰਿੰਜੈਂਟ ਟੇਸਟ। ਰਾਈਟ, ਸੁਣਦੇ ਪਏ ਹੋ? हाँ जी मैम। यस मैम। जी मैम। ओके गुड। सो नैक्सट इज क्लासीफिकेशन। क्लासीफिकेशन ਦੇ ਲਈ ਦੋ ਟਾਈਪ ਦੇ ਹੁੰਦੇ ਆ, ਹਾਈਡਰੋਲਾਈਜ਼ੇਬਲ ਤੇ ਕੰਡੈਂਸਡ। ਹਾਈਡਰੋਲਾਈਜ਼ੇਬਲ ਮਤਲਬ ਜਿਹੜੇ ਹਾਈਡਰੋਲਾਈਜ਼ ਹੋ ਜਾਂਦੇ ਆ।
ਸੋ ਉਹਦੇ ਤੋਂ ਹੀ ਨਾਮ ਬਣਿਆ ਹੋ ਗਿਆ ਹਾਈਡਰੋਲਾਈਜ਼ੇਬਲ ਟੈਨਿਨਸ। ਸੋ ਹਾਈਡਰੋਲਾਈਜ਼ੇਬਲ ਟੈਨਿਨਸ ਆਰ ਹਾਈਡਰੋਲਾਈਜ਼ਡ ਬਾਈ ਐਸਿਡਸ ਔਰ ਐਂਜ਼ਾਈਮਸ ਐਂਡ ਪ੍ਰੋਡਿਊਸ ਗੈਲਿਕ ਐਸਿਡ ਔਰ ਇਲੈਜਿਕ ਐਸਿਡ। ਹੁਣ ਜਿਹੜੀ ਵੀ ਤੁਹਾਡੀ ਟੈਨਿਨ ਕੰਟੇਨਿੰਗ ਡਰਗ ਹੋਏਗੀ ਉਹਦੇ 'ਚ ਗੈਲਿਕ ਐਸਿਡ ਤੇ ਇਲੈਜਿਕ ਐਸਿਡ ਕੈਮੀਕਲ ਕੌਂਸਟੈਂਟ ਪ੍ਰੈਜ਼ੈਂਟ ਹੁੰਦਾ। ਸੋ ਯਾਦ ਰੱਖਿਓ, ਜੇ ਕੋਈ ਟੈਨਿਨ ਕੰਟੇਨਿੰਗ ਡਰਗ ਆਉਂਦੀ ਹੈ, ਜੇ ਤੁਹਾਨੂੰ ਕੋਈ ਨਹੀਂ ਵੀ ਯਾਦ ਆਉਂਦਾ ਕੈਮੀਕਲ ਕੌਂਸਟੀਟਿਊਐਂਟ, ਤਾਂ ਤੁਸੀਂ ਗੈਲਿਕ ਐਸਿਡ ਔਰ ਇਲੈਜਿਕ ਐਸਿਡ ਉੱਥੇ ਲਿਖ ਸਕਦੇ ਹੋ। ਸੋ ਹਾਈਡਰੋਲਾਈਜ਼ੇਬਲ ਟੈਨਿਨ ਜਿਹੜੇ ਹੈਗੇ ਆ ਹਾਈਡਰੋਲਾਈਜ਼ ਹੋ ਜਾਂਦੇ ਆ। ਕਿਹਦੇ ਨਾਲ ਹਾਈਡਰੋਲਾਈਜ਼ ਹੁੰਦੇ ਆ? ਐਸਿਡਸ ਦੇ ਨਾਲ ਔਰ ਐਂਜ਼ਾਈਮ ਦੇ ਨਾਲ, ਤੇ ਕੈਮੀਕਲ ਪ੍ਰੋਡਿਊਸ ਕਰਦੇ ਆ ਗੈਲਿਕ ਐਸਿਡ ਐਂਡ ਇਲੈਜਿਕ ਐਸਿਡ। So chemically they are esters of sugar, usually glucose with one or more trihydroxybenzene carboxylic acid. With ferric chloride they produce blue color, so used in the manufacture of ink। ਹੁਣ ਜਿਹੜੀ ਆਪਾਂ blue color ਦੀ ink use ਕਰਦੇ ਹੈਗੇ ਆ ਉਹ ਵੀ ਆਪਾਂ tannins ਤੋਂ produce ਕਰਦੇ ਹੈਗੇ ਆ, because with ferric chloride it gives blue color। So when these tannins are heated, pyrogallol is produced। एग्जाम्पल ਕਿਹੜੀ ਹੈ ਹਾਈਡਰੋਲਾਈਜ਼ੇਬਲ ਟੈਨਿਨਸ ਦੀ? ਰੁਬਾਬ ਹੈਗੀ ਆ, ਚੈਸਟਨਟ ਹੈਗੀ, ਨਟਗੋਲ, ਕਲਵ, ਇਹ ਸਾਰੇ ਜਿਹੜੇ ਹੈਗੇ ਆ, ਓਕ, ਮਾਇਰੋਬੈਲੈਂਸ, ਇਹ ਸਾਰੀਆਂ ਡਰੱਗਸ ਹੈਗੀਆਂ। ਇਹਨਾਂ ਦੇ ਵਿੱਚੋਂ ਸਾਨੂੰ ਕੀ ਮਿਲਦਾ ਹੈਗਾ? ਹਾਈਡਰੋਲਾਈਜ਼ੇਬਲ ਟੈਨਿਨਸ। ਸੋ ਹਾਈਡਰੋਲਾਈਜ਼ਡ ਬਾਈ ਐਸਿਡਸ ਐਂਡ ਐਂਜ਼ਾਈਮ ਐਂਡ ਆਲਸੋ ਗਿਵ blue color with the ferric chloride। ਸੋ ਸੈਕਿੰਡ ਟਾਈਪ ਹੈਗੀ ਸਾਡੀ ਕੰਡੈਂਸਡ ਟੈਨਿਨ। ਕੰਡੈਂਸਡ ਜਿਹੜੇ ਇਕੱਠੇ ਹੋਏ ਆ, ਸੋ these tannins are also called flavotanins or proanthocyanidins। दूसरा नाम ਕੀ ਹੈ ਕੰਡੈਂਸਡ ਟੈਨਿਨ ਦਾ? flavotanins or proanthocyanidins। These are related with flavonoid pigment and have polymeric formula flavon3ol। ਕਿਉਂਕਿ ਕੰਡੈਂਸਡ ਟਾਈਪ ਦੇ ਹੈਗੇ ਆ, ਇਸ ਕਰਕੇ ਇਹਨੂੰ ਆਪਾਂ ਪੋਲੀਮੈਰਿਕ ਫਾਰਮੂਲਾ ਕਵਾਂਗੇ ਇਹਦਾ ਹੈਗਾ ਜਿਹੜਾ। ਸੇ ਇਹਨੂੰ ਜਦੋਂ ਆਪਾਂ ਐਸਿਡਸ ਔਰ ਐਂਜ਼ਾਈਮਸ ਦੇ ਨਾਲ ਟਰੀਟ ਕਰਦੇ ਹਾਂ, ਇਟ ਡੀਕੰਪੋਜ਼ ਇਨਟੂ ਰੈੱਡ ਇਨਸੋਲੂਬਲ ਕੰਪਾਊਂਡ ਕਾਲਡ ਫਲੈਵੋਫਰਿਨਸ। ਹਾਈਡਰੋਲਾਈਜ਼ੇਬਲ ਟੈਨਿਨਸ ਬਲੂ ਕਲਰ ਦਿੰਦੇ ਸੀਗੇ ਜਦੋਂ ਆਪਾਂ ਉਹਨੂੰ ਫੈਰਿਕ ਕਲੋਰਾਈਡ ਦੇ ਨਾਲ ਟਰੀਟ ਕਰਦੇ ਸੀਗੇ, ਔਰ ਜਿਹੜੇ ਸਾਡੇ ਕੰਡੈਂਸਡ ਟੈਨਿਨਸ ਹੈਗੇ ਜਦੋਂ ਅਸੀਂ ਉਹਨਾਂ ਨੂੰ ਐਂਜ਼ਾਈਮਸ ਜਾਂ ਐਸਿਡ ਦੇ ਨਾਲ ਟਰੀਟ ਕਰਦੇ ਹਾਂ, ਸਾਨੂੰ ਫਲੈਵੋਫਿਨਸ ਦਿੰਦੇ ਆ ਔਰ ਰੈੱਡ ਕਲਰ ਗ੍ਰੀਨ ਕਲਰ ਪ੍ਰੋਡਿਊਸ ਕਰਦੇ ਹੈਗੇ ਆ। ਸੋ ਐਗਜ਼ਾਮਪਲ ਹੈਗੀ ਇਹਦੀ ਸਿਨਕੋਨਾ ਬਾਰਕ, ਸਿਨਾਮਨ ਜਿਹੜੀ ਦਾਲਚੀਨੀ ਹੁੰਦੀ ਹੈ, ਪੇਲ ਐਂਡ ਬਲੈਕ ਟੈਚੂ, ਕੋਲਾ ਸੀਡਸ ਐਕਸੈਟਰਾ ਆਰ ਦੀ ਐਗਜ਼ਾਮਪਲਸ ਆਫ ਕੰਡੈਂਸਡ ਟੈਨਿਨਸ। ਨੈਕਸਟ ਇਜ਼ ਇਹ ਦੋ ਅਕੋਰਡਿੰਗ ਟੂ ਕਲਾਸੀਫਿਕੇਸ਼ਨ ਦੋ ਟਾਈਪਸ ਹੈਗੀਆਂ, ਵਨ ਇਜ਼ ਹਾਈਡਰੋਲਾਈਜ਼ੇਬਲ, ਸੈਕਿੰਡ ਇਜ਼ ਕੰਡੈਂਸਡ। ਅਤੇ ਇੱਕ ਸਾਡੇ ਕੋਲ ਹੋਰ ਤੀਜੀ ਟਾਈਪ ਹੈਗੀ ਹੈ ਜਿਹਨੂੰ ਆਪਾਂ ਬੋਲਦੇ ਹਾਂ ਸਿਊਡੋਟੈਨਿਨਸ। ਸਿਊਡੋ ਦਾ ਮਤਲਬ ਹੁੰਦਾ ਫਾਲਸ। ਸੋ ਸਿਊਡੋਟੈਨਿਨਸ ਆਰ ਲੋ ਮੋਲੀਕੂਲਰ ਵੇਟ ਕੰਪਾਊਂਡ। ਅਦਰਵਾਈਜ਼ ਟੈਨਿਨਸ ਆਪਾਂ ਪੜ੍ਹਿਆ ਕਿ ਕਾਫੀ ਕੰਪਲੈਕਸ ਨੇਚਰ ਦੇ ਹੁੰਦੇ ਆ ਔਰ ਹਾਈ ਮੋਲੀਕੂਲਰ ਵੇਟ ਹੁੰਦਾ, ਬਟ ਜਿਹੜੇ ਸਿਊਡੋਟੈਨਿਨਸ ਹੁੰਦੇ ਆ ਉਹ ਕੀ ਆ, ਉਹਦੇ ਵਿੱਚ ਉਹਦਾ ਲੋ ਮੋਲੀਕੂਲਰ ਵੇਟ ਹੁੰਦਾ ਐਂਡ ਡੂ ਨਾਟ ਰਿਸਪੌਂਡ ਟੂ ਗੋਲਡ ਬੀਟਰ ਸਕਿਨ ਟੈਸਟ। ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿਸੇ ਵੀ ਡਰੱਗ ਦੇ ਵਿੱਚੋਂ ਆਪਾਂ ਐਨਾਲਾਈਜ਼ ਕਰਨੀ ਹੈਗੀ ਹੈ ਟੈਨਿਨਸ, ਤਾਂ ਆਪਾਂ ਕਿਹੜਾ ਟੈਸਟ ਕਰਦੇ ਹਾਂ? ਗੋਲਡ ਬੀਟਰ ਸਕਿਨ ਟੈਸਟ ਕਰਦੇ ਹਾਂ, ਜਿਹੜਾ ਕਿ ਬਹੁਤ ਜ਼ਿਆਦਾ ਵਧੀਆ ਟੈਸਟ ਹੈਗਾ। ਸਾਨੂੰ ਬਹੁਤ ਜ਼ਿਆਦਾ ਕਲਰ ਇਹਦੀ ਸ਼ਾਈਨ ਆਉਂਦੀ ਹੈ ਇਹਦੇ ਉੱਪਰ, ਉਹ ਅਸੀਂ ਫੀਲ ਕਰਦੇ ਹਾਂ ਜਾਂ ਦੇਖਦੇ ਹਾਂ ਤਾਂ ਸਾਨੂੰ ਪਤਾ ਚੱਲ ਜਾਂਦਾ ਕਿ ਟੈਨਿਨ ਪ੍ਰੈਜੈਂਟ ਆ। ਬਟ ਜਿਹੜੇ ਸੂਡੋਟੈਨਿਨਸ ਆ ਗੋਲਡ ਬੀਟਰ ਸਕਿਨ ਟੈਸਟ ਨਹੀਂ ਦੇਣਗੇ ਉਹ ਵਾਲੇ। ਸੋ ਐਗਜ਼ਾਮਪਲ ਕਿਹੜੇ ਹੈਗੇ ਆ? ਕਕੋਆ ਐਂਡ ਨਕਸ ਵੋਮਿਕਾ, ਕੌਫੀ, ਇਹ ਸਾਰੇ ਜਿਹੜੇ ਪਲਾਂਟਸ ਹੈਗੇ ਆ ਇਹ ਸਿਊਡੋਟੈਨਿਨਸ ਦੇ ਅੰਡਰ ਆਉਂਦੇ ਆ, ਲੋ ਮੋਲੀਕੂਲਰ ਵੇਟ ਆ ਐਂਡ ਗੋਲਡ ਬੀਟਰ ਸਕਿਨ ਟੈਸਟ ਸਾਨੂੰ ਨਹੀਂ ਦਿੰਦੇ ਹੈਗੇ। ਇਹਦੀ ਆਪਾਂ ਐਕਸਟ੍ਰੈਕਸ਼ਨ ਕਰਨ ਲਈ ਸਾਨੂੰ ਕੀ ਕਰਨਾ ਪੈਂਦਾ? ਜਿਹੜੇ ਆਪਾਂ ਟੈਨਿਨ ਕੰਟੇਨਿੰਗ ਡਰੱਗ ਹੈਗੀ ਆ, ਪਲਾਂਟ ਹੈਗੀ ਆ, ਉਹਨੂੰ ਆਪਾਂ ਕਿਸੇ ਸੋਲਵੈਂਟ ਦੇ ਨਾਲ ਐਕਸਟ੍ਰੈਕਟ ਕਰਦੇ ਹਾਂ ਜਿਹਦੇ ਵਿੱਚ ਪੋਲਰ, ਨੋਨ ਪੋਲਰ ਅਤੇ ਸੈਮੀ ਪੋਲਰ ਸੋਲਵੈਂਟ ਯੂਜ਼ ਕੀਤੇ ਜਾਂਦੇ ਆ। ਐਗਜ਼ਾਮਪਲ ਜਿੱਦਾਂ ਵਾਟਰ ਸੋਲੂਬਲ, ਮੈਂ ਤੁਹਾਨੂੰ ਦੱਸਿਆ ਕਿ ਟੈਨਿਨਸ ਜਿਹੜੇ ਵਾਟਰ 'ਚ ਡਿਜ਼ੋਲਵ ਹੋ ਜਾਂਦੇ ਆ। ਸੋ ਵਾਟਰ, ਅਲਕੋਹਲ, ਈਥਰ ਅਤੇ ਐਸੀਟੋਨ ਆਪਾਂ ਯੂਜ਼ ਕਰਦੇ ਹੈਗੇ ਆ ਇਹਦੀ ਐਕਸਟ੍ਰੈਕਸ਼ਨ ਦੇ ਲਈ। ਔਰਗੈਨਿਕ ਸੋਲਵੈਂਟਸ ਦੇ ਵਿੱਚ ਡਿਜ਼ੋਲਵ ਨਹੀਂ ਹੁੰਦੇ ਤਾਂ ਇਹਦੀ ਐਕਸਟ੍ਰੈਕਸ਼ਨ ਔਰਗੈਨਿਕ ਸੋਲਵੈਂਟਸ ਦੇ ਨਾਲ ਟਫ ਹੁੰਦੀ ਆ। ਬਟ ਜਿਹੜੇ ਦੂਜੇ ਸੋਲਵੈਂਟ ਹੈਗੇ ਆ, ਪੋਲਰ, ਨੋਨ ਪੋਲਰ ਸੋਲਵੈਂਟ, ਜਿਹਨਾਂ 'ਚ ਡਿਜ਼ੋਲਵ ਹੋ ਜਾਂਦੇ ਤਾਂ ਈਜ਼ੀਲੀ ਆਪਾਂ ਉਹਨੂੰ ਐਕਸਟ੍ਰੈਕਟ ਆਊਟ ਕਰ ਸਕਦੇ ਹਾਂ।
ਸੋ ਆਇਡੈਂਟੀਫਿਕੇਸ਼ਨ ਟੈਸਟ ਆ, ਇਹ ਤੁਸੀਂ ਪੜ੍ਹ ਲੈਣੇ ਆਪੇ, ਇੱਕ ਦੋ ਮੈਂ ਦੱਸ ਦਿੰਦੀ ਹਾਂ, ਜਿੱਦਾਂ ਗੋਲਡ ਬੀਟਰ ਸਕਿਨ ਟੈਸਟ ਬਹੁਤ ਇੰਪੋਰਟੈਂਟ ਆ। ਸੈਕਿੰਡ ਮੈਚ ਸਟਿਕ ਟੈਸਟ ਆ, ਉਹ ਵੀ ਇੰਪੋਰਟੈਂਟ ਆ। ਗੋਲਡ ਬੀਟਰ ਸਕਿਨ ਟੈਸਟ ਉਹਦੇ 'ਚ ਕੀ ਆ, ਦੀ ਗੋਲਡ ਬੀਟਰ ਸਕਿਨ ਹੈ ਕੀ ਆ, ਇਹ ਮੈਂਬਰੇਨ ਪ੍ਰੀਪੇਅਰਡ ਫਰੋਮ ਦੀ ਇੰਟੈਸਟਾਈਨ ਆਫ ਔਕਸ, ਠੀਕ ਆ। ਔਕਸ ਦੀ ਇੰਟੈਸਟਾਈਨ ਦੇ ਵਿੱਚੋਂ ਆਪਾਂ ਲੈਂਦੇ ਹੈਗੇ ਆ ਸਕਿਨ। ਉਹਦੇ ਨਾਲ ਆਪਾਂ ਜਿੱਦਾਂ ਜਿਹੜੀ ਆਪਾਂ ਪਲਾਂਟ ਨੂੰ ਦੇਖ ਰਹੇ ਹਾਂ, ਆਪਾਂ ਪਲਾਂਟ ਦਾ ਐਕਸਟ੍ਰੈਕਟ ਲੈ ਲਿਆ, ਫਿਰ ਉਹਦੇ ਵਿੱਚ ਆਪਾਂ ਕੀ ਕਰਾਂਗੇ, ਔਕਸ ਦੀ ਇੰਟੈਸਟਾਈਨ ਪਾਵਾਂਗੇ, ਉਹਦੀ ਸਕਿਨ ਉਹ 'ਚ ਡਿਜ਼ੋਲਵ ਕਰਾਂਗੇ, ਫਿਰ ਉਹਨੂੰ ਕੀ ਕਰਾਂਗੇ, ਫਿਰ ਉਹਦੇ ਵਿੱਚ ਆਪਾਂ ਦੇਖਾਂਗੇ ਕਿ ਕਲਰ ਪ੍ਰੋਡਿਊਸ ਹੁੰਦਾ ਜਾਂ ਨਹੀਂ। ਸੋ ਦਾ ਗੋਲਡ ਬੀਟਰ ਸਕਿਨ ਇਜ਼ ਸੋਕਡ ਇਨ HCl, then rinsed with distilled water and added to the tannin solution। tannin solution ਕਿਹੜਾ, ਜਿਹੜਾ ਆਪਾਂ ਸੈਂਪਲ ਆਇਡੈਂਟੀਫਾਈ ਕਰਨਾ, for 5 minutes। so it is washed with distilled water and transferred to 1% ferrous sulfate solution। ਜਦੋਂ ਆਪਾਂ ਉਹਨੂੰ ਫੈਰਸ ਸਲਫੇਟ ਦੇ ਵਿੱਚ ਪਾਵਾਂਗੇ, ਇਹ ਬਰਾਊਨ ਔਰ ਬਲੈਕ ਕਲਰ ਔਨ ਦੀ ਸਕਿਨ ਕਨਫਰਮਸ ਦੀ ਪ੍ਰੈਜ਼ੈਂਸ ਆਫ ਟੈਨਿਨਸ। ਸੋ ਕੀ ਆ, ਇੰਟੈਸਟਾਈਨ ਲਿੱਤੀ ਆ ਔਕਸ ਦੀ, ਉਹਨੂੰ ਆਪਾਂ HCl ਦੇ ਨਾਲ ਟਰੀਟ ਕੀਤਾ, ਉਹਦੇ ਨਾਲ ਸੋਕ ਕਰਕੇ ਰੱਖਿਆ, ਫਿਰ ਉਹਨੂੰ ਵਾਸ਼ ਕੀਤਾ ਡਿਸਟਿਲਡ ਵਾਟਰ ਦੇ ਨਾਲ, ਫਿਰ ਆਪਾਂ ਉਹਨੂੰ ਸੈਂਪਲ ਸੋਲਿਊਸ਼ਨ ਵਿੱਚ ਪਾ ਦਿੱਤਾ। ਸੈਂਪਲ ਸੋਲਿਊਸ਼ਨ 'ਚ 5 ਮਿੰਟ ਰੱਖਣ ਤੋਂ ਬਾਅਦ ਆਪਾਂ ਉਹਨੂੰ ਬਾਹਰ ਕੱਢਿਆ, ਫਿਰ ਤੋਂ ਵਾਟਰ ਦੇ ਨਾਲ ਵਾਸ਼ ਕੀਤਾ, ਫਿਰ 1% ਫੈਰਸ ਸਲਫੇਟ ਸੋਲਿਊਸ਼ਨ ਦੇ ਵਿੱਚ ਉਹਨੂੰ ਪਾ ਦਿੱਤਾ, ਜਿਹੜਾ ਫਿਰ ਸਕਿਨ ਚੇਂਜ ਹੋ ਗਈ, ਕਲਰ ਚੇਂਜ ਹੋ ਗਿਆ ਬਰਾਊਨ ਜਾਂ ਬਲੈਕ। ਇਟ ਮੀਨਸ ਕਿ ਟੈਨਿਨਸ ਆਰ ਪ੍ਰੈਜ਼ੈਂਟ, ਕਿਸੇ ਡਰਗ ਦੇ ਵਿੱਚ ਟੈਨਿਨ ਪ੍ਰੈਜ਼ੈਂਟ ਆ। So in the same way, phenazone, gelatin test are also performed for the identification of the tannins. And one more important identification test for tannin is matchstick test। matchstick test ਦੇ ਵਿੱਚ ਕੀ ਆ, ਇੱਕ matchstick ਲਵਾਂਗੇ, ਮਾਚਿਸ ਜਿਹੜੀ ਹੁੰਦੀ ਆ, matchstick ਲੈਣ ਤੋਂ ਬਾਅਦ ਉਹਨੂੰ ਡਰਾਈ ਕਰ ਲਵਾਂਗੇ। ਡਿਪ matchstick ਇਨ ਅ ਪਲਾਂਟ ਐਕਸਟ੍ਰੈਕਟ, ਜਿਹੜਾ ਆਪਾਂ ਸੈਂਪਲ ਯੂਜ਼ ਕਰਨਾ ਹੈਗਾ, ਜਿਹੜਾ ਸੈਂਪਲ ਆਪਾਂ ਆਇਡੈਂਟੀਫਾਈ ਕਰਨਾ, ਉਹਦੇ ਵਿੱਚ ਆਪਾਂ ਉਹਨੂੰ ਡਿਪ ਕਰਾਂਗੇ, ਫਿਰ ਉਹਨੂੰ ਡਰਾਈ ਕਰ ਲਵਾਂਗੇ। ਡਰਾਈ ਕਰਨ ਤੋਂ ਬਾਅਦ ਫਿਰ ਤੋਂ ਆਪਾਂ ਉਹਨੂੰ ਕੰਸਨਟ੍ਰੇਟਿਡ HCl ਦੇ ਨਾਲ ਮੋਇਸਚਰ ਕਰਾਂਗੇ, ਉਹਨੂੰ ਥੋੜ੍ਹਾ ਜਿਹਾ ਨਮੀ ਉਹਦੇ ਵਿੱਚ ਪਾ ਦਾਂਗੇ, ਹੈ ਨਾ, ਪ੍ਰੋਵਾਈਡ ਹੋ ਜੂਗੀ ਜਦੋਂ ਉਹਨੂੰ। ਸੋ HCl ਦੇ ਵਿੱਚ ਡਿਪ ਕਰਨ ਤੋਂ ਬਾਅਦ ਫਿਰ ਉਹਨੂੰ ਕੀ ਕਰਾਂਗੇ, ਫਲੇਮ ਦੇ ਅੰਡਰ ਲੈ ਜਾਵਾਂਗੇ, ਫਲੇਮ ਦੇ ਵਿੱਚ ਉਹਨੂੰ ਵਾਰਮ ਕਰਾਂਗੇ। ਜਿਹੜਾ ਜੇ ਤਾਂ ਵੁੱਡ ਆਫ ਮੈਚ ਸਟਿਕ ਟਰਨਸ ਪਿੰਕ ਔਰ ਰੈਡ ਇਨ ਕਲਰ ਵਿਚ ਕਨਫਰਮ ਦੀ ਪ੍ਰੈਜ਼ੈਂਸ ਆਫ ਟੈਨਿਨਸ। ਜੇ ਪਿੰਕ ਜਾਂ ਰੈੱਡ ਕਲਰ ਦੇ ਦਿੰਦੀ ਹੈ ਮੈਚ ਸਟਿਕ, ਇਸ ਆਹ ਵਾਲਾ ਸਾਰਾ ਟਰੀਟਮੈਂਟ ਕਰਨ ਤੋਂ ਬਾਅਦ, ਇਟ ਮੀਨਸ ਕਿ ਟੈਨਿਨਸ ਆਰ ਪ੍ਰੈਜ਼ੈਂਟ ਇਨ ਦੀ ਪਲਾਂਟ। ਸੋ ਬਾਕੀ ਦੋਨੋਂ ਟੈਸਟ, ਤਿੰਨੋਂ ਟੈਸਟ ਵੀ ਪੜ੍ਹ ਲਿਓ। ਫੈਰੀਕਲੋਰਾਈਡ ਦੇ ਨਾਲ ਕੀ ਕਰਦੇ ਆ, ਮਤਲਬ ਇਹ ਕੀ ਕਰਨ ਸਾਨੂੰ, ਇਹਦਾ ਮੇਨ ਕੀ ਹੈ, ਟੈਨਿਨ ਸਾਨੂੰ ਕਲਰ ਰਿਐਕਸ਼ਨ ਦਿੰਦੇ ਆ, ਜਿਹਦੇ ਤੋਂ ਸਾਨੂੰ ਪਤਾ ਚੱਲ ਜਾਂਦਾ ਕਿ ਟੈਨਿਨ ਹੈ, ਕਿਉਂਕਿ ਟੈਨਿਨਸ ਆਰ itself color producing plants and from the name tan the tannin term is derived। clear? हाँ जी स्टूडेंट्स, क्लियर हो गया? यस मैम। हाँ जी मैम। कुछ पूछना तो पूछ लो। ਸੋ ਨੈਕਸਟ ਜਿਹੜੀ ਤੁਹਾਡੀ ਹੈਗਾ ਵਾ ਕੰਪਾਊਂਡ ਹੈਗਾ ਵੋਲੇਟਾਈਲ ਆਇਲ। ਮੋਸਟ ਇੰਪੋਰਟੈਂਟ ਆ, ਪੇਪਰ 'ਚ ਬਹੁਤ ਵਾਰੀ ਨੋਟ ਲਿਖਣਾ ਆਉਂਦਾ ਵੋਲੇਟਾਈਲ ਆਇਲ ਦੇ ਉੱਪਰ। ਜਿੰਨਾ ਜ਼ਿਆਦਾ ਇੰਪੋਰਟੈਂਟ ਇਹ ਟੌਪਿਕ ਹੈਗਾ, ਉਨਾ ਜ਼ਿਆਦਾ ਇੰਟਰਸਟਿੰਗ ਵੀ ਹੈਗਾ ਵੀ ਆਪਾਂ ਇਹਨਾਂ ਨੂੰ ਕਿੱਦਾਂ ਕਰਦੇ ਹੈਗੇ ਆ ਐਕਸਟਰੈਕਟ। ਔਰ ਮੋਸਟ ਕਾਮਨਲੀ ਜਿਹੜੇ ਸਿਟਰਸ ਫਰੂਟ ਹੁੰਦੇ ਆ ਉਹਦੇ ਵਿੱਚ ਵੋਲੇਟਾਈਲ ਆਇਲ ਪ੍ਰੈਜ਼ੈਂਟ ਹੁੰਦਾ। ਅਰੋਮਾ ਥੈਰੇਪੀ ਦੇ ਵਿੱਚ ਯੂਜ਼ ਹੁੰਦਾ। ਅਰੋਮਾ ਥੈਰੇਪੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੀ ਹੁੰਦਾ, ਕਿ ਆਪਾਂ ਫਰੈਗਰੈਂਸ ਦੇ ਨਾਲ ਹੀ ਕਿਸੇ ਨੂੰ ਟਰੀਟ ਕਰਦੇ ਹਾਂ, ਕਿਸੇ ਟਰੀਟਮੈਂਟ ਲਈ ਯੂਜ਼ ਕਰਦੇ ਹਾਂ ਫਰੈਗਰੈਂਸ, ਉਹਦੇ ਨਾਲ ਉਹਨੂੰ ਆਪਾਂ ਬੋਲਦੇ ਹਾਂ ਟਰਮ ਨੂੰ ਅਰੋਮਾ ਥੈਰੇਪੀ। ਥੈਰੇਪੀ ਮੀਨਸ ਟਰੀਟਮੈਂਟ, ਅਰੋਮਾ ਮੀਨਸ ਫਰੈਗਰੈਂਸ। ਸੋ ਵੋਲੇਟਾਈਲ ਦੀ ਨੇਚਰ ਹੁੰਦੀ ਹੈ, ਅਰੋਮਾ ਥੈਰੇਪੀ ਦੇ ਵਿੱਚ ਯੂਜ਼ ਹੁੰਦੀ ਹੈ, ਔਰ ਇਹਦੇ ਫਰੈਗਰੈਂਸ ਕੰਟੇਨਿੰਗ ਕੰਪਾਊਂਡ ਹੁੰਦੇ ਆ। ਸੋ ਵੋਲੇਟਾਈਲ ਆਇਲਸ ਕੀ ਆ? ਵੋਲੇਟਾਈਲ ਆਇਲਸ ਆਰ odorless and volatile constituents of plant and animal species। ਠੀਕ ਹੈ, ਵੋਲੇਟਾਈਲ ਆਇਲ ਨੂੰ ਇੱਕ ਹੋਰ ਨਾਮ ਦੇ ਨਾਲ ਆਪਾਂ ਜਾਣਦੇ ਹਾਂ, ਇਥਰਲ ਆਇਲ। The other name of volatile oil is ethereal oil because they evaporate when exposed to air at an ordinary temperature।
क्योंकि जी वॉलेटाइल ऑयल है ये प्रॉपर्टी की है ये मतलब जोड़े है इवैपोरेट हो जाते आप इनू जो खुली सपोज आप कोई वॉलेटाइल ऑयल रखा हो या वॉलेटाइल कंटेंट साढ़े कोई पिया होया जो आप किसी बॉटल के रखा होया जो आप बॉटल खुली छड़ दें तो वॉलेटाइल ऑयल की है एक्सट्रैक्ट जोड़ा वो इवैपोरेट हो जाता उड़ जाता बिल्कुल बॉटल जी थोड़ी खाली हो जाती क्योंकि सारा वो फ्रैगरेंस जी वो इवैपोरेट हो जाती है सो volatile oils are also called ether oil because they evaporate when exposed to air and these are also known as essential oil essential oil भी ਇਹਦਾ ਨਾਮ ਹੈਗਾ essential oil ਕਿਉਂ ਆ ਕਿਉਂਕਿ ਅਸੈਂਸ ਹੁੰਦੀ ਹੈ ਇਹਦੇ ਵਿੱਚ ਅਸੈਂਸ ਤੋਂ ਨਾਮ ਬਣਿਆ ਸਾਡਾ essential oil ਠੀਕ ਹੈ ਫ੍ਰੈਗਰੈਂਸ ਜਿਹੜੀ ਹੁੰਦੀ ਹੈ ਉਹਨੂੰ ਆਪਾਂ ਅਸੈਂਸ ਬੋਲਦੇ ਹਾਂ ਸੋ ਦੈਟਸ ਵਾਈ volatile oils are also known as essential oil as well as ethereal oil because it evaporates essential oil because it gives fragrance from these two combination these names are defined for volatile oils so chemically they are derived from hydrocarbons and their oxygenated derivatives and composed of terpene monoterpene sesquiterpenes क्योंकि जो टर्पीन होंगे उन्होंने भी एक पर्टिकुलर फ्रैगरेंस होंगी है वो अकॉर्डिंगली आप नाम दिता है टर्पीन सैस्क्यूटरपीन जिहदे दो ज़्यादा कंपाउंड होंगे टर्पीनस उस तो बाद डाईटरपीनस पॉलीटरपीनस है ना इस तरह करके डेरीवेटिव है सो ये प्रॉपर्टीज़ की है बाकी तुसीं पढ़ लियो कि किहड़ियां फैमिलीज़ होंदियां जिद्दां वॉलेटाइल ऑयल प्रेजेंट होंगे इंटायर पार्ट ऑफ द प्लांट लाइक बार्क फ्रूट जिदा हुण आपां टैनिन्स पढ़िया सीगा वो आपां पढ़िया सी वैक्यूल्स सैल सैप्स प्रेजेंट होंगे आ बट जिहड़े वॉलेटाइल ऑयल आ सारे पार्ट्स दे विच प्रेजेंट होंगे आ फ्रैगरेंस होंदी है इहदी एंड द फैमिलीज़ विच कंप्राइजिज वॉलेटाइल ऑयल आर अंबलीफेरी रोटेसी लोरेसी जिंजीबरेसी ये सारिया फैमिलीज़ दे विच ये प्रेजेंट रहिंदे आ वॉलेटाइल ऑयल्स कॉस्मैटिक्स दे विच यूज़ करते हैं परफ्यूम एज ए परफ्यूम यूज़ करते हैं या फिर आप कोई भी होर ਜਿਹੜੀਆਂ फ्रैगरेंट कॉस्मैटिक्स बनाते हैं शैंपू बनाते हैं ना कोई भी उन्होंने आप वॉलेटाइल ऑयल ऐड कर दें सो दीज आर यूज्ड एज कार्मिनेटिव एंटीसैप्टिक एंटी माइक्रोबियल एंटी स्पास्मोडिक ठीक है ਜਿਹੜੇ एंटीसैप्टिक ਜਿਹੜੇ इन्फैक्शन ਨੂੰ किल करते हैं एंटी स्पास्मोडिक जिदा पेन वगैरह हो रही है या कुछ इन्फैक्शन आ ਉਹਨੂੰ ट्रीट करते हैं कार्मिनेटिव गैसेज ਨੂੰ एक्सपैल आउट करते हैं एंटी माइक्रोबियल कोई इन्फैक्शन आ कितने कोई माइक्रोबियल ग्रोथ हो रही है उन्होंने खत्म करने के लिए आप वॉलेटाइल ऑयल यूज़ करते हैं सो प्रॉपर्टीज़ की है एक तो यदी फ्रैगरेंस होंगी है एरोमा थेरेपी यूज़ होंगी है सो हर एक फ्रैगरेंस जी अलग अलग होंगी है वॉलेटाइल ऑयल जोड़े है जिसका डिफरेंट कंटेंट है तो सारिया की फ्रैगरेंस अलग अलग होएगी वॉलेटाइल ऑयल की सैकेंड प्रॉपर्टी है कि इवैपोरेट हो जाते हैं डू नॉट लीव स्पॉट ऑन पेपर जे नो एक टैसट की है वॉलेटाइल ऑयल का कि जे आप एक फिल्टर पेपर लवांगे वो वॉलेटाइल ऑयल पावांगे वो मतलब ड्रॉप लगा देंगे तो थोड़ी देर बाद की होगा ड्रॉप तो इवैपोरेट होना ही है और नाल दी नाल कोई मार्क नहीं दिखेगा सानू पिछे जिदा हुण ये जिहड़ा वाला टैसट हुंदा इहनूं आपां बोलदे हैगे आ पेपर टैसट जिदा आपां किसी फैट दा वॉलेटाइल ऑयल दे विच डिफरेंस देखना होवे तां आपां ये वाला टैसट करदे हां ठीक है पेपर लेंदे आ एक दे उपर आपां फैट वाला कोई मटीरियल पा दिंदे आ दूजे दे विच आपां पा दिंदे आ वॉलेटाइल ऑयल दो ऑयल आ सपोज तुहाडे कोल है ना एक फिर देखांगे कि अगर तो उतों इवैपोरेट हो गई ड्रॉप इट मीनस कि वो वॉलेटाइल ऑयल आ दूसरा ऑयल जिहड़ा हैगा वो इवैपोरेट तो हो सकता पर उत्ते ऑयल का मार्क जरूर रह जाऊगा क्योंकि कई बार होंगे कि मिक्सचर बनाया होंगे ऑयल का है ना वो मिक्स कर दिता गया होंगे वॉलेटाइल ऑयल तो वो की होंगे वॉलेटाइल ऑयल तो इवैपोरेट हो जाएगा पर जो दूसरे वाला ऑयल आ वह कोई ना कोई मार्क जोड़ा है पेपर से रह जाता है सो इस तरह आप वॉलेटाइल ऑयल की प्योरिटी भी चैक कर सकते हैं इस मैथड के नाल सो प्रॉपर्टी इज़ इवैपोरेशन थर्ड पॉइंट की है द स्पैसीफिक ग्रेविटी ऑफ वॉलेटाइल ऑयल इज़ लैस दैन 1 and is lighter than water that's why volatile oil floats and evaporate easily so but कुछ exceptions है for example cinnamon oil garlic oil clove oil है ना oil of cherry ये सारे दी specific gravity more than 1 ना otherwise less than 1 ना पर ये सारे 1 तो ये specific gravity ज़्यादा है किड़े किड़े cinnamon oil garlic oil clove oil and oil of cherry
इस तो बाद ਇਹਦਾ ਰਿਫਰੈਕਟਿਵ ਇੰਡਿਸਿਸ ਜ਼ਿਆਦਾ ਆ ਵੋਲੇਟਾਈਲ ਆਇਲ ਆਰ ਆਪਟੀਕਲੀ ਐਕਟਿਵ ਆ ਇਨਸੋਲੂਬਲ ਆ ਵਾਟਰ ਦੇ ਵਿੱਚ ਇਹ ਵਾਲੇ ਕਿਉਂਕਿ ਇਹਨਾਂ ਦੀ ਇੱਕ ਲੇਅਰ ਹੁੰਦੀ ਇਵੈਪੋਰੇਟ ਹੋ ਜਾਂਦੇ ਆ ਆਇਲ ਸਾਨੂੰ ਪਤਾ ਹੀ ਹੈ ਕਿ ਪਾਣੀ ਦੇ ਵਿੱਚ ਡਿਜ਼ੋਲਵ ਨਹੀਂ ਹੁੰਦੇ ਸੋ ਵੋਲੇਟਾਈਲ ਆਇਲਸ ਆਰ ਇਨਸੋਲੂਬਲ ਇਨ ਵਾਟਰ but soluble in alcohol, chloroform, ether, etc. And on storage, due to oxidation and rancification of volatile oil, they become dark in color. ਜਿਹੜੇ volatile oil ਹੁੰਦੇ ਆ ਉਹ ਰੈਂਸੀਡੀਫਾਈਡ ਹੋ ਜਾਂਦੇ ਆ ਖਰਾਬ ਹੋ ਜਾਂਦੇ ਉੱਥੇ ਮਾਈਕਰੋਬੀਅਲ ਕੰਟੈਮੀਨੇਸ਼ਨ ਵਗੈਰਾ ਹੋ ਜਾਂਦੀ ਉਹਦੇ ਨਾਲ volatile oil ਦਾ ਜਿਹੜਾ ਕਲਰ ਹੈਗਾ ਉਹ ਚੇਂਜ ਹੋ ਜਾਂਦਾ ਹੈ ਸੋ ਇਹਨਾਂ ਦੀ ਆਕਸੀਡੇਸ਼ਨ ਵੀ ਹੁੰਦੀ ਹੈ ਕਿਉਂਕਿ 에ਅਰ ਦੇ ਕੰਟੈਕਟ ਆਉਣ ਦੇ ਵਿੱਚ ਇਹਨਾਂ ਦੇ ਵਿੱਚ ਕੋਈ ਨਾ ਕੋਈ ਇਹਨਾਂ ਦੇ ਵਿੱਚ ਕੈਮੀਕਲ ਰਿਐਕਸ਼ਨ ਹੁੰਦਾ ਔਰ ਆਕਸੀਡੇਸ਼ਨ ਹੋ ਜਾਂਦੀ ਹੈ ਔਰ ਵੋਲੇਟਾਈਲ ਆਇਲ ਜਿਹੜੇ ਹੈਗੇ ਆ ਕਲਰ ਚੇਂਜ ਕਰ ਜਾਂਦੇ ਆ ਸੋ ਉਸ ਤੋਂ ਬਾਅਦ ਹੈਗਾ ਕਲਾਸੀਫਿਕੇਸ਼ਨ ਇੱਕ ਟੇਬਲ ਦਿੱਤਾ ਹੋਇਆ ਤੁਹਾਡੇ ਨੋਟਸ ਦੇ ਵਿੱਚ ਹਾਈਡਰੋਕਾਰਬਨ ਵੋਲੇਟਾਈਲ ਆਇਲ ਐਲਡੀਹਾਈਡ ਵੋਲੇਟਾਈਲ ਆਇਲ ਇਹ ਉਸ ਬੇਸਿਸ 'ਤੇ ਲਿਖਿਆ ਕਿ ਜਿਹੜੇ ਵੋਲੇਟਾਈਲ ਆਇਲ ਤਾਂ ਹੈਗਾ ਪਰ ਜੇ ਉਹਦੇ 'ਚ ਹਾਈਡਰੋਕਾਰਬਨਸ ਪ੍ਰੈਜ਼ੈਂਟ ਆ ਤੇ ਆਪਾਂ ਉਹਨੂੰ ਹਾਈਡਰੋਕਾਰਬਨ ਵੋਲੇਟਾਈਲ ਆਇਲ ਬੋਲਾਂਗੇ ਐਗਜ਼ਾਮਪਲ ਹੈਗੀ ਬਲੈਕ ਪੈਪਰ ਟਰਪੈਂਟੀਨ ਸੈਕਿੰਡ ਨੰਬਰ 'ਤੇ ਅਗਰ ਕੀਟੋਨ ਪ੍ਰੈਜ਼ੈਂਟ ਆ ਵੋਲੇਟਾਈਲ ਆਇਲ 'ਚ ਤਾਂ ਫਿਰ ਉਹਨੂੰ ਕੀਟੋਨ ਵੋਲੇਟਾਈਲ ਆਇਲ ਐਗਜ਼ਾਮਪਲ ਹੈਗੀ ਹੈ ਕੈਂਫਰ ਮਸਕ ਵਗੈਰਾ ਠੀਕ ਆ ਆਕਸਾਈਡ ਵੋਲੇਟਾਈਲ ਆਇਲ ਫੈਨਲ ਨਟਮੈਗ ਸੋ ਅਕੋਰਡਿੰਗ ਟੂ ਫਿਨੋਲਿਕ ਈਥਰ ਦੇ ਵਿੱਚ ਹੁੰਦਾ ਫੈਨਲ ਵਗੈਰਾ ਆਕਸਾਈਡ ਜਿਹੜੇ ਹੁੰਦੇ ਆ ਉਹਦੇ ਵਿੱਚ ਹੁੰਦਾ ਹੈ ਸਾਡੇ ਕਾਰਡੇਮਮ ਯੂਕਲਿਪਟਸ ਵਗੈਰਾ ਜਿਹੜੇ 'ਚ ਆਕਸੀਡੇਸ਼ਨ ਵਗੈਰਾ ਤੋਂ ਬਣੇ ਆ ਉਹਦੇ 'ਚ ਦੂਸਰੇ ਕੰਪਾਊਂਡ ਆ ਜਾਂਦੇ ਆ ਸੋ ਆਹ ਵਾਲਾ ਟੇਬਲ ਤੁਸੀਂ ਯਾਦ ਕਰ ਲਿਓ ਉਹ 'ਚ ਪੂਰੀ ਕਲਾਸੀਫਿਕੇਸ਼ਨ ਦਿੱਤੀ ਆ ਵੋਲੇਟਾਈਲ ਆਇਲ ਦੀਆਂ ਟਾਈਪਸ ਸੋ ਨੈਕਸਟ ਹੈ ਐਕਸਟ੍ਰੈਕਸ਼ਨ ਕਿੱਦਾਂ ਕਰਦੇ ਆ ਆਪਾਂ ਵੋਲੇਟਾਈਲ ਆਇਲ ਨੂੰ ਕਿਉਂਕਿ ਵੋਲੇਟਾਈਲ ਆਇਲ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਇਵੈਪੋਰੇਟ ਹੋ ਜਾਂਦੇ ਆ ਸੋ ਇਹਦੇ ਲਈ ਐਕਸਟ੍ਰੈਕਸ਼ਨ ਦੇ ਲਈ ਵੀ ਸਾਨੂੰ ਕਾਫੀ ਜ਼ਿਆਦਾ ਪ੍ਰੀਕਾਸ਼ਨਸ ਐਂਡ ਸੇਫਟੀ ਮੇਜਰਸ ਅਡੋਪਟ ਕਰਨੇ ਪੈਂਦੇ ਆ ਸੋ ਜਿਹੜੇ ਜਨਰਲ ਮੈਥਡ ਹੈਗੇ ਆਪਾਂ ਐਕਸਟ੍ਰੈਕਸ਼ਨ ਦੇ ਲਈ ਉਹ ਹੈਗੇ ਡਿਸਟੀਲੇਸ਼ਨ ਐਕਸਪ੍ਰੈਸ਼ਨ ਐਂਡ ਐਕਸਟ੍ਰੈਕਸ਼ਨ 3 ਮੈਥਡਸ ਦੇ ਨਾਲ ਆਪਾਂ ਵੋਲੇਟਾਈਲ ਨੂੰ ਐਕਸਟ੍ਰੈਕਟ ਕਰਦੇ ਹਾਂ ਮੇਨਲੀ ਡਿਸਟੀਲੇਸ਼ਨ ਐਕਸਪ੍ਰੈਸ਼ਨ ਐਂਡ ਐਕਸਟ੍ਰੈਕਸ਼ਨ ਸੋ ਫਸਟ ਹੈਗਾ ਡਿਸਟੀਲੇਸ਼ਨ ਤੁਸੀਂ ਕਰ ਚੁੱਕੇ ਆ ਲੈਬਸ ਦੇ ਵਿੱਚ ਬਹੁਤ ਵਾਰੀ ਸੇਮ ਪ੍ਰੋਸੈਸ ਆ ਆਪਾਂ ਡਿਸਟੀਲੇਟ ਕਰ ਦਿੰਦੇ ਆ ਸੋ ਡਿਸਟੀਲੇਸ਼ਨ ਇਜ਼ distillation will be on the basis of water and steam so ਇੱਕ ਹੋਏਗੀ water distillation ਦੂਸਰੀ ਹੈ water and steam distillation ਦੋਨਾਂ ਦਾ combination ਥਰਡ ਹੈਗੀ ਆ simple steam distillation so water distillation ਕੀ ਹੈ it is the common method water is used for the extraction employed for those drugs whose constituents do not degrade by boiling up to 100 degree Celsius ਹੁਣ ਸਾਨੂੰ ਆਪਾਂ ਵਾਟਰ ਦੇ ਨਾਲ ਐਕਸਟ੍ਰੈਕਸ਼ਨ ਕਰਾਂਗੇ ਤਾਂ ਟੈਂਪਰੇਚਰ ਰੇਜ਼ ਕਰਨਾ ਪਊਗਾ ਇੱਦਾਂ ਦੇ ਡਰੱਗਸ ਨੂੰ ਹੀ ਆਪਾਂ ਵੋਲੇਟਾਈਲ ਆਇਲ ਐਕਸਟ੍ਰੈਕਟ ਕਰ ਸਕਦੇ ਹਾਂ ਜਿਹੜਾ 100 ਡਿਗਰੀ ਸੈਲਸੀਅਸ 'ਤੇ ਡੀਕੰਪੋਜ਼ ਨਾ ਹੋਵੇ ਜਿਹਦੀਆਂ ਪ੍ਰੋਪਰਟੀਜ਼ ਚੇਂਜ ਨਾ ਹੋਣ ਉਹਨੂੰ ਆਪਾਂ ਸਿੰਪਲ ਵਾਟਰ ਡਿਸਟੀਲੇਸ਼ਨ ਕਰ ਸਕਦੇ ਹਾਂ ਬਟ ਜੇ ਸਾਨੂੰ ਲੱਗਦਾ ਹੈਗਾ ਕਿ ਕਿਸੇ ਕੰਪਾਊਂਡ ਦੀਆਂ ਪ੍ਰੋਪਰਟੀਜ਼ ਚੇਂਜ ਹੋ ਰਹੀਆਂ ਉਹਦਾ ਕਲਰ ਚੇਂਜ ਹੋ ਰਿਹਾ ਜਾਂ ਫਿਰ ਉਹਦੀ ਜਿਹੜੀ ਥੈਰਾਪਿਊਟਿਕ ਐਫੀਕੇਸੀ ਉਹ ਖਤਮ ਹੋ ਰਹੀ ਹੈ ਜੇ ਆਪਾਂ ਉਹਨੂੰ ਵਾਟਰ ਦੇ ਨਾਲ ਬੋਇਲਿੰਗ ਵਾਟਰ ਦੇ ਵਿੱਚ ਪਾਉਂਦੇ ਹਾਂ ਫਿਰ ਆਪਾਂ ਉਹਨੂੰ ਟਰੀਟ ਕਰਦੇ ਹੈਗੇ ਹਾਂ ਸਟੀਮ ਦੇ ਨਾਲ ਦੇ ਨਾਲ ਕਰ ਦਿੰਦੇ ਹਾਂ ਸੋ ਇਨ ਦਿਸ ਮੈਥਡ ਵੀ ਜਨਰਲੀ ਯੂਜ਼ ਦਾ ਫਰੈਸ਼ ਡਰੱਗ which contain moisture and do not require maceration ਜਿਹਨੂੰ ਆਪਾਂ ਨੂੰ ਵਾਟਰ ਦੇ ਵਿੱਚ ਡਿਜ਼ੋਲਵ ਕਰਨ ਦੀ ਲੋੜ ਨਹੀਂ ਪੈਂਦੀ ਸਿੱਧਾ ਹੀ ਆਪਾਂ ਉੱਥੋਂ ਐਕਸਟ੍ਰੈਕਟ ਆਊਟ ਕਰ ਲੈਂਦੇ ਹਾਂ ਵਿਦ ਦੀ ਹੈਲਪ ਆਫ ਸਟੀਮ ਤੀਸਰਾ ਸੀਗਾ combination it generally employed to those drug whose constituent undergo degradation by direct boiling ਹੁਣ ਜੇ ਆਪਾਂ ਵਾਟਰ ਐਂਡ ਸਟੀਮ ਡਿਸਟੀਲੇਸ਼ਨ ਦੇ ਵਿੱਚ ਆਪਾਂ ਨੂੰ ਡਾਇਰੈਕਟ ਬੋਇਲ ਨਹੀਂ ਕਰਦੇ ਪਰ ਆਪਾਂ ਉਹਨੂੰ ਇੰਨੀ ਸਟੀਮ ਪ੍ਰੋਵਾਈਡ ਕਰਦੇ ਹਾਂ ਕਿ ਸਟੀਮ ਦੇ ਥਰੂ ਹੀ ਐਕਸਟ੍ਰੈਕਸ਼ਨ ਹੋ ਜਾਵੇ ਪਰ ਉਹਦੇ ਵਿੱਚ ਆਪਾਂ ਵਾਟਰ ਵੀ ਯੂਜ਼ ਕਰਦੇ ਹਾਂ ਨਾਲ ਸਟੀਮ ਵੀ ਯੂਜ਼ ਕਰਦੇ ਹਾਂ ਸਟੀਮ ਐਕਸਟ੍ਰੈਕਸ਼ਨ ਦੇ ਵਿੱਚ ਸਿਰਫ ਆਪਾਂ ਉਹਨੂੰ ਮੋਇਸਚਰ ਕਰਦੇ ਹਾਂ ਉਹਨੂੰ ਵਾਟਰ ਦੇ ਵਿੱਚ ਡਿਜ਼ੋਲਵ ਨਹੀਂ ਕਰਦੇ ਸੋ ਇਨ ਦਿਸ ਵੇ ਵੀ ਕੈਨ ਡਿਸਟੀਲੇਟ ਵੋਲੇਟਾਈਲ ਆਇਲ ਸੋ ਨੈਕਸਟ ਮੈਥਡ ਹੈਗਾ ਐਕਸਪ੍ਰੈਸ਼ਨ ਮੈਥਡ ਜਿਹੜਾ ਵੋਲੇਟਾਈਲ ਆਇਲ ਦੀ ਐਕਸਟ੍ਰੈਕਸ਼ਨ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਆ 2-3 ਚੀਜ਼ਾਂ ਹੁੰਦੀਆਂ ਇਹਦੇ ਵਿੱਚ ਇੰਪੋਰਟੈਂਟ ਇਹਨੂੰ ਚੰਗੀ ਤਰ੍ਹਾਂ ਪੜ੍ਹ ਵੀ ਲਈਓ ਐਕਸਪ੍ਰੈਸ਼ਨ ਹੈ ਕਿ ਆਪਾਂ ਇਹਦੇ ਵਿੱਚ ਕਿਸੇ ਨਾ ਇੱਦਾਂ ਵਾਲੇ ਵੋਲੇਟਾਈਲ ਆਇਲ ਲੈਂਦੇ ਹੈਗੇ ਆ ਇੱਦਾਂ ਦੇ ਵੋਲੇਟਾਈਲ ਡਰੱਗਸ ਹੁੰਦੀਆਂ ਜਿਹੜੀਆਂ ਡਾਇਰੈਕਟਲੀ ਆਪਾਂ ਉਹਨੂੰ ਡਿਸਟੀਲੇਟ ਨਹੀਂ ਕਰ ਸਕਦੇ ਜਾਂ ਫਿਰ ਉਹਨੂੰ ਹੀਟ ਨਹੀਂ ਕਰ ਸਕਦੇ ਉਹਨੂੰ ਆਪਾਂ ਐਕਸਟ੍ਰੈਕਟ ਕਰਨ ਦੇ ਲਈ ਡਿਫਰੈਂਟ ਮੈਥਡ ਯੂਜ਼ ਕਰਦੇ ਹਾਂ
स्पॉन्ज मैथड, इक्विली पिकर या मकैनिकल मैथड्स। सो की है फर्स्ट हैगा साडा, देयर आर वेरीअस ड्रग इन विच वॉलेटाइल ऑयल प्रेजेंट डीकंपोज्ड एंड दीज दे आर सब्जेक्टेड टू when these are subjected to distillation. So to avoid decomposition of the drugs we have to use other methods. फर्स्ट हैगा स्पॉन्ज मैथड। ਇਹਦੇ ਵਿੱਚ ਕੀ ਕਰਦੇ ਆਪਾਂ ਸਪੌਂਜ ਮੈਥਡ, ਇਨ ਦਿਸ ਦ ਰਿੰਡ ਆਫ ਸਿਟਰਸ ਫਰੂਟ, ਜਿਹੜਾ ਸਿਟਰਸ ਫਰੂਟ ਹੁੰਦਾ ਜਿੱਦਾਂ ਲੈਮਨ ਹੋ ਗਿਆ, ਔਰੇਂਜ ਹੋ ਗਿਆ, ਮਸੰਮੀ ਵਗੈਰਾ ਹੋ ਗਏ, ਕਿੰਨੂਜ਼ ਹੋ ਗਏ, ਜਿਹੜੀ ਸਾਰੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਆਪਾਂ ਐਕਸਪ੍ਰੈਸ਼ਨ ਮੈਥਡ ਦੇ ਨਾਲ ਕਰਦੇ ਹਾਂ। ਸੋ ਸਪੌਂਜ ਦੇ ਵਿੱਚ ਕੀ ਹੈ ਕਿ ਅਸੀਂ ਜਿਹੜਾ ਰਿੰਡ ਹੁੰਦਾ, ਜਿਹੜਾ ਵਾਈਟ ਵਾਲਾ ਪੋਰਸ਼ਨ ਹੁੰਦਾ ਛਿੱਲਕ ਵਾਲਾ, ਜਿਹੜਾ ਉਹਨੂੰ ਆਪਾਂ ਪੀਲ ਆਫ ਕਰਦੇ ਹਾਂ ਜਦੋਂ ਫਰੂਟਸ ਨੂੰ, ਉਹਦੇ ਅੰਦਰ ਜਿਹੜਾ ਵਾਈਟ ਵਾਲਾ ਹੁੰਦਾ ਉਹਨੂੰ ਆਪਾਂ ਰਿੰਡ ਬੋਲਦੇ ਹਾਂ, ਠੀਕ ਆ। ਉਹ ਵਾਲਾ ਜਿਹੜਾ ਹੈਗਾ ਔਰੇਂਜ ਲੈਮਨ ਵਗੈਰਾ ਦਾ, ਉਹਨੂੰ ਆਪਾਂ ਸਕਵੀਜ਼ ਕਰ ਦਿੰਦੇ ਹਾਂ ਅਤੇ ਫਿਰ ਉਹਨੂੰ ਕੀ ਅੱਛੀ ਨਾਲ ਸਕਵੀਜ਼ ਕਰਨ ਨਾਲ ਕੀ ਹੁੰਦਾ ਵਾ ਕਿ ਘੁੱਟਣ ਨਾਲ ਉਹਨੂੰ ਜਿੱਦਾਂ ਇੱਕਦਮ ਪ੍ਰੈਸ ਕਰਦੇ ਨਾ, ਉਹਦੇ ਨਾਲ ਕੀ ਹੁੰਦਾ ਜਿਹੜੀਆਂ ਆਇਲ ਗਲੈਂਡਸ ਉੱਥੇ ਹੁੰਦੀਆਂ ਉਹ ਰਪਚਰ ਹੋ ਜਾਂਦੀਆਂ, ਬ੍ਰੇਕ ਹੋ ਜਾਂਦੀਆਂ, ਜਿਹਦੇ ਨਾਲ ਜ਼ਿਆਦਾ ਆਇਲ ਬਾਹਰ ਨਿਕਲ ਆਉਂਦਾ। ਸੋ ਉਹਨੂੰ ਕੀ ਕਰਦੇ ਆ, ਇੱਕ ਸਪੰਜ ਲੈਂਦੇ ਹਾਂ, ਸਪੰਜ ਦੇ ਉੱਪਰ ਉਹ ਸਾਰਾ ਕਲੈਕਟ ਕਰ ਦਿੰਦੇ ਹਾਂ, ਜਿੰਨਾ ਵੀ ਆਇਲ ਵਗੈਰਾ ਨਿਕਲਦਾ ਉੱਥੋਂ ਜੋ ਵੀ ਮਟੀਰੀਅਲ ਨਿਕਲੂਗਾ ਉਹਨੂੰ ਆਪਾਂ ਸਪੰਜ ਦੇ ਵਿੱਚ ਐਬਜ਼ੋਰਬ ਕਰ ਲਵਾਂਗੇ। ਸੋ ਆਫਟਰ ਦੈਟ ਸਪੌਂਜ ਇਜ਼ ਸਕਵੀਜ਼ਡ ਇਨ ਅ ਵੈਸਲ। ਫਿਰ ਜਦੋਂ ਸਪੰਜ ਭਰ ਜੂਗੀ, ਹੋਰ ਜ਼ਿਆਦਾ ਐਬਜ਼ੋਰਬ ਨਹੀਂ ਕਰ ਪਾਊਗੀ, ਫਿਰ ਆਪਾਂ ਉਹਨੂੰ ਕੀ ਕਰਾਂਗੇ, ਇੱਕ ਵੈਸਲ ਦੇ ਵਿੱਚ ਉਹਨੂੰ ਸਕਵੀਜ਼ ਕਰ ਦੇਵਾਂਗੇ ਅਤੇ ਫਿਰ ਵੈਸਲ ਨੂੰ ਚੰਗੀ ਤਰ੍ਹਾਂ ਕਲੋਜ਼ ਕਰ ਦੇਵਾਂਗੇ। ਇਹਦੇ ਵਿੱਚ ਆਪਾਂ ਹੀਟ ਯੂਜ਼ ਨਹੀਂ ਕਰਦੇ, ਸਿੰਪਲ ਵਿਦਾਊਟ ਹੀਟ ਆਪਾਂ ਐਕਸਟ੍ਰੈਕਸ਼ਨ ਕਰਦੇ ਹਾਂ। ਕੀ ਸੀਗਾ ਸਪੌਂਜ ਮੈਥਡ, ਕੀ ਕੀਤਾ, ਸਿਟਰਸ ਫਰੂਟ ਲਿਆ, ਉਹਦੀ ਰਿੰਡ ਵਗੈਰਾ ਦੇ ਵਿੱਚ ਅੱਛੀ ਤਰ੍ਹਾਂ ਨਾਲ ਉਹਨੂੰ ਰਪਚਰ ਕਰ ਦਿੱਤੀਆਂ ਉਹਦੀਆਂ ਵੈਸਲਸ ਜਿਹੜੀਆਂ ਸੀਗੀਆਂ, ਫਿਰ ਉਹਨੂੰ ਚੰਗੀ ਨਾਲ ਸਕਵੀਜ਼ ਕਰਤਾ, ਸਪੌਂਜ ਦੇ ਵਿੱਚ ਐਬਜ਼ੋਰਬ ਕਰਵਾਤਾ। ਫਿਰ ਜਦੋਂ ਸਪੌਂਜ ਫਿਲ ਹੋ ਗਿਆ ਫਿਰ ਆਪਾਂ ਉਹਨੂੰ ਕਿਸੇ ਵੈਸਲ ਦੇ ਵਿੱਚ ਨਿਚੋੜ ਕੇ ਔਰ ਵੈਸਲ ਨੂੰ ਚੰਗੀ ਤਰ੍ਹਾਂ ਕਲੋਜ਼ ਕਰ ਦਿੱਤਾ। ਦਿਸ ਇਜ਼ ਸਪੌਂਜ ਮੈਥਡ ਐਂਡ ਦਿਸ ਇਜ਼ ਯੂਜ਼ਡ ਵੈਨ ਹੀਟ ਡੀਕੰਪੋਜ਼ਿਜ਼ ਦੀ ਵੋਲੇਟਾਈਲ ਕੰਟੈਂਟ ਆਫ ਦਾ ਡਰਗ। ਬੇਸਿਕਲੀ ਆਪਾਂ ਇਹਨੂੰ ਪ੍ਰੈਸ਼ਰ ਦੇ ਨਾਲ ਕਰਦੇ ਹਾਂ, ਇਹਨੂੰ ਅਸੀਂ ਹੀਟ ਦੇ ਨਾਲ ਨਹੀਂ ਕਰਦੇ, ਇਹਨੂੰ ਆਪਾਂ ਪ੍ਰੈਸ਼ਰ ਦਿੰਦੇ ਹਾਂ ਇਹਦੇ ਉੱਪਰ, ਫਿਰ ਆਪਾਂ ਕਰਦੇ। ਹੁਣ ਸੈਕਿੰਡ ਇਹਦੀ ਹੀ ਟਾਈਪ ਹੈਗੀ, ਦੂਜੀ ਹੈਗੀ ਇਕੁਇਲੀ ਔਰ ਪਿਕਵਰ। ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਇੱਦਾਂ ਦਾ ਕੋਈ ਆਪਰੇਟਸ ਯੂਜ਼ ਕਰਾਂਗੇ ਜਿਹਦੇ ਅੰਦਰ ਕੀ ਹੋ ਗਿਆ, ਪਿੰਸ ਲੱਗੀਆਂ ਹੋ ਗਈਆਂ, ਠੀਕ ਆ। ਪਿਨ ਜਿੱਦਾਂ ਆਪਾਂ ਹੁਣ ਆਪਾਂ ਦੇਖਦੇ ਹਾਂ, ਆਪਾਂ ਜੂਸ ਕੱਢਦੇ ਹਾਂ ਘਰ ਨਾ, ਸਪੋਜ਼ ਸਿਟਰਸ ਫਰੂਟ ਦਾ ਤੁਸੀਂ ਆਪਰੇਟਸ ਦੇਖੇ ਹੋਣੇ ਬਹੁਤ ਸਾਰੇ, ਤਾਂ ਉਹਦੇ ਵਿੱਚ ਛੋਟੇ ਛੋਟੇ ਇੱਦਾਂ ਮਾਰਕੇਸ਼ਨ ਜੀਆਂ ਬਣੀਆਂ ਹੁੰਦੀਆਂ, ਪੁਆਇੰਟਸ ਜਿਹੇ ਬਣੇ ਹੁੰਦੇ ਆ, ਜਿਹਦੇ ਉੱਪਰ ਆਪਾਂ ਉਹਨੂੰ ਪ੍ਰੈਸ ਕਰਦੇ ਹਾਂ ਤਾਂ ਜੂਸ ਨਿਕਲ ਆਉਂਦਾ ਨਾ। ਇਨ ਦਾ ਸੇਮ ਵੇ ਇੱਕ ਪਿੱਕਰ ਹੁੰਦਾ ਹੈ, ਜਿਹੜਾ ਬਾਊਲ ਲਾਈਕ ਆਪਰੇਟਸ ਹੁੰਦਾ, ਉਹਦੇ ਅੰਦਰ ਕੀ ਲੱਗੀਆਂ ਹੁੰਦੀਆਂ, ਨੀਡਲਸ ਜਿਹੜੀਆਂ ਲੱਗੀਆਂ ਹੁੰਦੀਆਂ, ਪੁਆਇੰਟਡ ਮੈਟਲਸ ਬੋਲਦੇ ਆ ਉਹਨੂੰ, ਪੁਆਇੰਟਡ ਮੈਟਲ ਨੀਡਲ ਹੁੰਦੀਆਂ, ਉਹਨੂੰ ਉਹਦੇ ਉੱਪਰ ਰੱਖ ਕੇ ਆਪਾਂ ਉਹਨੂੰ ਪ੍ਰੈਸ ਕਰ ਦਿੰਦੇ ਹਾਂ, ਫਰੂਟ ਨੂੰ ਰੱਖ ਕੇ ਪ੍ਰੈਸ ਕਰ ਦਿੰਦੇ ਹਾਂ। ਪ੍ਰੈਸ ਕਰਨ ਤੋਂ ਬਾਅਦ ਫਿਰ ਬੇਸਿਕਲੀ ਹੁੰਦਾ ਕਿ ਉਹਦੀਆਂ ਵੈਸਲਸ ਜਿਹੜੀਆਂ ਹੈਗੀਆਂ ਉਹ ਰਪਚਰ ਹੋ ਜਾਂਦੀਆਂ। ਫਿਰ ਉਹਦੇ ਵਿੱਚ ਆਪਾਂ ਉਹਨੂੰ ਰੋਟੇਟ ਕਰਦੇ ਹਾਂ, ਆਇਲ ਨੂੰ ਡਿਸਚਾਰਜ ਕਰ ਦਿੰਦੇ ਹਾਂ। ਫਿਰ ਜਿਹੜਾ ਆਪਰੇਟਸ ਹੁੰਦਾ ਹੈ ਜਦੋਂ ਭਰ ਜਾਂਦਾ ਤਾਂ ਉਹਨੂੰ ਆਪਾਂ ਕਲੈਕਟ ਕਰ ਲੈਂਦੇ ਹਾਂ ਔਰ ਸਟੋਰ ਕਰਕੇ ਰੱਖ ਦਿੰਦੇ ਹਾਂ। ਸੋ ਥਰਡ ਮੈਥਡ ਹੈਗਾ ਮਕੈਨੀਕਲ ਮੈਥਡ। ਮਕੈਨੀਕਲ ਮੈਥਡ ਦੇ ਵਿੱਚ ਵੀ ਆਪਾਂ ਉਹਨੂੰ ਪ੍ਰੈਸ਼ਰ ਹੀ ਦਿੰਦੇ ਹਾਂ, ਇਸੇ ਪ੍ਰਿੰਸੀਪਲ 'ਤੇ ਵਰਕ ਕਰਦਾ ਉਹ, ਅਤੇ ਆਊਟਪੁੱਟ ਜਿਹੜੀ ਆਇਲ ਦੀ ਇਨਕਰੀਜ਼ ਬਾਈ ਯੂਜ਼ਿੰਗ ਆਲ ਦੀਜ਼ ਮੈਥਡਸ। समझ लग गया एक्सप्रेशन मेथड? हाँ जी स्टूडेंट, समझ लग गया एक्सप्रेशन मेथड की हुंदा है? सौ गए सारे? शिवानी, साहिल, हरविंदर, हरप्रीत, तुम बोल के नहीं दस रहे, मैसेज कर रहे हो? So next extraction
एक्सट्रैक्शन आप जिदा अपरेटस यूज़ कर लेने सॉक्सलेट असैंबली वगैरह लगा के क्लीवेंजर अपरेटस यूज़ करके लैब्स ਦੇ ਵਿੱਚ ਆਪਾਂ इदा एक्सट्रैक्शन करते हैं वोलेटाइल ऑयल की। सो द ड्रग इज़ एक्सट्रैक्टेड विद लो बॉयलिंग वोलेटाइल सॉल्वेंट ਜਿਹਦਾ बॉयलिंग पॉइंट ਹੁਣ ਜਿਹੜੇ ਤੇ ਜ਼ਿਆਦਾ ਬੋਇਲਿੰਗ ਪੁਆਇੰਟ ਨੂੰ ਬੀਅਰ ਕਰ ਲੈਂਦੇ ਆ ਉਹਨੂੰ ਤਾਂ ਆਪਾਂ ਵਾਟਰ ਦੇ ਨਾਲ ਡਿਸਟਿਲੇਸ਼ਨ ਕਰ ਲੈਂਦੇ ਆ ਜਾਂ ਹੋਰ ਕਰ ਲੈਂਦੇ ਪਰ ਜਿਹੜੇ ਜ਼ਿਆਦਾ ਟੈਂਪਰੇਚਰ ਬੀਅਰ ਨਹੀਂ ਕਰਦੇ ਪਰ ਟੈਂਪਰੇਚਰ ਦੇਣ ਤੋਂ ਬਿਨਾ ਉਹ ਇਵੈਪੋਰੇਟ ਵੀ ਨਹੀਂ ਹੁੰਦੇ ਉਸ ਕੇਸ ਦੇ ਵਿੱਚ ਆਪਾਂ ਕੀ ਕਰਦੇ ਆ ਵੋਲੇਟਾਈਲ ਸੋਲਵੈਂਟ ਯੂਜ਼ ਕਰਦੇ ਆ ਉਹਦੇ ਨਾਲ ਆਪਾਂ ਉਹਦੀ ਐਕਸਟ੍ਰੈਕਸ਼ਨ ਕਰਦੇ ਆ। ਉਹਨਾਂ ਦਾ ਕੀ ਹੁੰਦਾ ਬੋਇਲਿੰਗ ਪੁਆਇੰਟ ਘੱਟ ਹੁੰਦਾ ਹੈ ਜਿਹਦੇ ਕਰਕੇ ਡਰਗ ਜਿਹੜੀ ਡੀਕੰਪੋਜ਼ ਨਹੀਂ ਹੁੰਦੀ। ਫੋਰ ਐਗਜ਼ਾਮਪਲ ਬੈਂਜ਼ੀਨ ਈਥਰ ਹੈਗਜ਼ੀਨ। So next है extraction with non-volatile solvents. It is used for high quality of perfume oil. जे आप परफ्यूम ऑयल बनाना बहुत ज़्यादा अच्छी क्वालिटी हाई की मतलब कि ਉਹਦਾ ਜਿਹੜਾ ਐਫੀਕੇਸੀ ਹੈ ਜਾਂ ਉਹਦੀ ਪੋਟੈਂਸੀ ਹੈ ਬਹੁਤ ਜ਼ਿਆਦਾ ਅੱਛੀ ਹੁੰਦੀ ਹੈ ਉਹਨੂੰ ਆਪਾਂ ਨੋਨ ਵੋਲੇਟਾਈਲ ਸੋਲਵੈਂਟ ਦੇ ਨਾਲ ਐਕਸਟ੍ਰੈਕਟ ਕਰਦੇ ਹਾਂ। ਦਾ ਵੋਲੇਟਾਈਲ ਆਇਲ ਪ੍ਰੈਜ਼ੈਂਟ ਇਨ ਫਲਾਵਰ ਪੈਟਲ ਇਜ਼ ਐਕਸਟ੍ਰੈਕਟਡ ਵਿਦ ਦਿਸ ਮੈਥਡ। So it is because it is not feasible to remove the volatile oil by any other method. So non-volatile solvent ਦੇ ਵਿੱਚ ਇੱਕ ਹੁੰਦਾ inflorescence method. Inflorescence method is important. Inflorescence method ਦੇ ਵਿੱਚ ਕੀ ਹੈ ਕਿ ਆਪਾਂ ਫੈਟ ਦੀ ਹੈਲਪ ਦੇ ਨਾਲ volatile oil ਨੂੰ ਐਕਸਟ੍ਰੈਕਟ ਕਰਦੇ ਹਾਂ। ਸੋ ਕੀ ਕਰਦੇ ਹਾਂ ਇੱਕ ਵੁਡਨ ਬਲੌਕ ਹੋਏਗਾ inflorescence method ਦੇ ਲਈ। ਸਪੋਜ਼ ਇਹਦਾ ਇੱਕ ਫਰੇਮ ਹੁੰਦਾ ਫੋਟੋ ਫਰੇਮ ਹੁੰਦਾ ਜਸਟ ਲਾਈਕ ਦੈਟ एक वुडन ब्लॉक होएगा ਉਹਦੇ ਵਿੱਚ ग्लास लगा होएगा ग्लास के उपर की करांगे ਆਪਾਂ फैट की लेयर स्प्रैड कर देवांगे। फैट की लेयर स्प्रैड करन तो बाद ਉਹਨੂੰ हीट करांगे हीट करन तो बाद ਉਹਦੇ उपर पैटल्स रख देवांगे या ਤੁਸੀਂ दोनों केसेस कर सकते या तो गर्म करन तो बाद रख दो या फिर पैटल्स वगैरह बिछा के फिर ਉਹਨੂੰ थोड़ा ਜਿਹਾ हीट करो तो दूसरे साइड पर भी दोनों एक मतलब जिदा फ्रेम आ ਉਹਦੇ उपर ग्लास लगा होया ग्लास के उपर फैट लेयर फिर पैटल्स बिछा देवांगे ਆਪਾਂ फुल्लां दियां। दैन उस तो बाद फिर तो आप एक होर ग्लास रखांगे ਜਿਹਦੇ ਵਿੱਚ भी फैट लगी होएगी ठीक है। हीट प्रोवाइड करांगे ਉਹਦੇ ਨਾਲ ਕੀ ਹੋਊਗਾ ਪੈਟल्स ਦੇ ਵਿੱਚ ਜਿੰਨਾ ਵੀ ਵੋਲੇਟਾਈਲ ਆਇਲ ਆ ਉਹ फैट लेयर ਐਬਜ਼ੌਰਬ ਕਰ ਲੂਗੀ। ਫਿਰ ਆਪਾਂ फैट लेयर ਨੂੰ ਟਰੀਟ ਕਰਨ ਤੋਂ ਬਾਅਦ ਵੋਲੇਟਾਈਲ ਆਇਲ ਨੂੰ ਕਲੈਕਟ ਕਰ ਲਵਾਂਗੇ। ਜਿੱਦਾਂ ਕ੍ਰੋਮੈਟੋਗ੍ਰਾਫੀ ਟੈਕਨੀਕਸ ਦੇ ਵਿੱਚ ਆਪਾਂ ਸੋਲਵੈਂਟ ਐਡ ਕਰਕੇ ਕਿਸੇ ਚੀਜ਼ ਨੂੰ ਅਲੱਗ-ਅਲੱਗ ਉਹ ਕਰ ਲੈਂਦੇ ਨਾ ਸੈਪਰੇਟ ਇਨ ਦਾ ਸੇਮ ਵੇ ਇਨਫਲੋਰੇਜ਼ ਮੈਥਡ ਯੂਜ਼ ਕੀਤਾ ਜਾਂਦਾ ਵੋਲੇਟਾਈਲ ਆਇਲ ਦੀ ਐਕਸਟ੍ਰੈਕਸ਼ਨ ਦੇ ਲਈ। ਫਲਾਰਸ ਜਿਹੜੇ ਆ ਆਪਾਂ ਨੂੰ ਡਾਇਰੈਕਟ ਸਟੀਮ ਜਾਂ ਹੀਟ ਦੇ ਕੰਟੈਕਟ ਦੇ ਵਿੱਚ ਨਹੀਂ ਲੈ ਕੇ ਆ ਸਕਦੇ ਸੋ ਉਹਦੇ ਲਈ ਆਪਾਂ ਕੀ ਕਰਦੇ ਆ ਫੈਟ ਲੇਅਰ ਦੀ ਹੈਲਪ ਦੇ ਨਾਲ ਉਹਨੂੰ ਐਕਸਟ੍ਰੈਕਟ ਕਰਦੇ ਆ। ਪਰ ਫੈਟ ਲੇਅਰ ਕਿੱਥੇ ਲੱਗੀ ਹੁੰਦੀ ਹੈ ਗਲਾਸ ਦੇ ਉੱਪਰ ਲੱਗੀ ਹੁੰਦੀ ਹੈ। ਜਿੱਦਾਂ TLC ਪਲੇਟ ਦੇ ਵਿੱਚ ਵੀ ਇੱਕ ਗਲਾਸ ਹੁੰਦਾ ਹੈ ਗਲਾਸ ਦੇ ਉੱਪਰ ਆਪਾਂ ਸਿਲਿਕਾ ਜੈਲ ਦੀ ਲੇਅਰ ਬਣਾਉਂਦੇ ਆ ਇੱਦਾਂ ਹੀ ਗਲਾਸ ਦੇ ਉੱਪਰ ਆਪਾਂ ਫੈਟ ਦੀ ਲੇਅਰ ਬਣਾਉਂਦੇ ਆ ਫਿਰ ਉਹਨੂੰ ਆਪਾਂ ਪੈਟल्स बिछा देंगे ਉਹਦੇ ਉੱਪਰ ਔਰ ਉਹਨੂੰ ਟੈਂਪਰੇਚਰ ਪ੍ਰੋਵਾਈਡ ਕਰਦੇ ਹਾਂ ਔਰ ਜਿਹੜਾ ਕੰਟੈਂਟ ਹੈਗਾ ਉਹ ਨਿਕਲ ਕੇ ਫੈਟ ਦੇ ਵਿੱਚ ਆ ਜਾਂਦਾ। ਸੋ ਦਿਸ ਇਜ਼ ਦਾ ਇਨਫਲੋਰੇਜ ਮੈਥਡ ਐਂਡ ਵੈਰੀ ਇੰਪੋਰਟੈਂਟ ਮੈਥਡ ਫॉर द एक्सट्रैक्शन ऑफ वोलेटाइल ऑयल। डायरैक्ट क्वेश्चन आता कि तुसी पैटल्स नूं किद्दां एक्सट्रैक्ट करोगे पैटल्स दे विचों वोलेटाइल ऑयल किद्दां एक्सट्रैक्ट करोगे। हुण जे तुसी पैटल्स नूं हीट कर दोगे तां भी वो डीकंपोज हो जाऊगी प्रैशर दे के भी आपां नहीं कट सकते। सो उहदे लई किहड़ा मैथड है इनफ्लोरेज मैथड। अगला मैथड हैगा न्यूमैटिक मैथड जिहड़े आपां नॉन वोलेटाइल सॉल्वेंट यूज़ करके कर रहे हैं। न्यूमैटिक मैथड की है इन दिस वार्म एयर इज पास थ्रू दी फ्लावर विच हैल्प इन लोडिंग ऑफ वोलेटाइल ऑयल पार्टिकल्स इन एयर। एयर की हैल्प के नाल आपां एक्सट्रैक्ट करते हैं एयर क्रॉस करवाने उत्थों वार्म एयर हुंदी है और वो वोलेटाइल ऑयल जिहड़ा हैगा उहदे विच मिक्स हो जाता एयर दे विच फिर आपां एयर नूं कलैक्ट करके उहदे विचों एक्सट्रैक्ट कर लैंदे हैं वोलेटाइल ऑयल। अगला हैगा मैसीरेशन। मैसीरेशन की है इन दिस फ्रैश फ्लावर पेटल्स आर जेंटली हीटेड विद मेल्टेड फैट with continuous stirring and flowers are strained and squeezed and fat is allowed to cool. Then the fat is extracted continuously 3 times with alcohol to separate the volatile oil. ਜਿਹੜੀ फैट ਦੇ ਵਿੱਚ ਇਕੱਠਾ ਹੋਏਗਾ volatile oil ਉਹਨੂੰ ਆਪਾਂ ਅਲਕੋਹਲ ਦੇ ਨਾਲ ਸੈਪਰੇਟ ਕਰ ਲਵਾਂਗੇ ਔਰ ਪਿਓਰ ਜਿਹੜਾ ਆਪਣਾ volatile oil ਆ ਉਹ ਸਾਡੇ ਕੋਲ ਪਹੁੰਚ ਜਾਊਗਾ। ਸੋ ਆਇਡੈਂਟੀਫਿਕੇਸ਼ਨ ਟੈਸਟ ਦੇ ਵਿੱਚ ਹੈਗਾ volatile oil are identified by physical tests like color, odor, boiling point, optical rotation, refracting index,
ਇਹ ਸਾਰੇ ਮੈਥਡ ਦੇ ਨਾਲ ਆਪਾਂ ਵੋਲੇਟਾਈਲ ਆਇਲ ਨੂੰ ਆਇਡੈਂਟੀਫਾਈ ਕਰਦੇ ਹਾਂ। ਸਟੋਰੇਜ ਮੈਂ ਤੁਹਾਨੂੰ ਦੱਸਦਾ ਕਿਉਂਕਿ ਇਵੈਪੋਰੇਟ ਹੋ ਜਾਂਦਾ ਇਸ ਕਰਕੇ ਆਪਾਂ ਇਹਨੂੰ ਬਹੁਤ ਟਾਈਟ ਕੰਟੇਨਰ ਦੇ ਵਿੱਚ ਹੀ ਰੱਖਣਾ ਹੁੰਦਾ ਹੈ। ਐਂਡ ਆਲਸੋ ਸ਼ੁੱਡ ਬੀ ਪਲੇਸਡ ਇਨ ਕੂਲ ਪਲੇਸ। ਕਲੀਅਰ? Yes, ma'am. ਇਹਨੂੰ ਅੱਛੀ ਤਰ੍ਹਾਂ ਪੜ੍ਹ ਲਿਓ ਵੋਲੇਟਾਈਲ ਆਇਲ ਵਾਲੇ ਟੌਪਿਕ ਨੂੰ, ਬਹੁਤ ਇੰਪੋਰਟੈਂਟ ਹੈ। ਇਨਫਲੋਰੇਜ ਮੈਥਡ ਕੀ ਹੁੰਦਾ ਹੈ ਨਾ, ਇਕੁਇਲੀ ਮੈਥਡ ਕੀ ਹੈ, ਇਹਦੇ ਵਿੱਚ ਇਹ ਸਾਰੇ ਇੰਪੋਰਟੈਂਟ ਹੈ। ਅਤੇ ਡਾਇਰੈਕਟ ਨੋਟ ਆ ਜਾਂਦਾ ਕੁਐਸਚਨ ਮੈਥਡਸ ਦੇ ਉੱਪਰ। ਸੋ ਨੈਕਸਟ ਹੈਗਾ ਤੁਹਾਡਾ ਰੈਜ਼ਿਨਸ। ਰੈਜ਼ਿਨਸ ਵੀ ਸੈਕੰਡਰੀ ਮੈਟਾਬੋਲਾਈਟ ਹੀ ਹੈ ਸੇਮ। These are also non-nitrogenous products, complex chemical nature ਇਹਨਾਂ ਦੀ ਵੀ। ਪ੍ਰੋਪਰਟੀਜ਼ ਕੀ ਹੈ? ਟਰਾਂਸਪੇਰੈਂਟ ਆ ਰੈਜ਼ਿਨਸ ਜਿਹੜੇ ਹੁੰਦੇ ਆ, ਟਰਾਂਸਪੇਰੈਂਟ, ਟਰਾਂਸਲੂਸੈਂਟ, ਸੈਮੀ ਸੋਲਿਡ ਹੁੰਦੇ ਆ, ਲਿਕੁਇਡ ਸਬਸਟੈਂਸ ਵੀ ਹੋ ਸਕਦੇ ਆ, ਇਨਸੋਲੂਬਲ ਇਨ ਵਾਟਰ। ਰੈਜ਼ਿਨਸ ਜਿਹੜੀਆਂ ਹੁੰਦੀਆਂ ਆਪਾਂ ਨੂੰ ਪਤਾ ਹੀ ਹੈ ਕਿ ਸਾਨੂੰ ਇਹ ਵਾਟਰ ਦੇ ਵਿੱਚ ਸੋਲੂਬਲ ਨਹੀਂ ਹੁੰਦੀਆਂ, ਡਿਜ਼ੋਲਵ ਨਹੀਂ ਹੁੰਦੀਆਂ। ਸੋ ਬਰਨ ਵਿਦ ਸਮੋਕੀ ਫਲੇਮ, ਔਨ ਹੀਟਿੰਗ ਸੋਫਨ ਐਂਡ ਫਾਈਨਲੀ ਮੈਲਟ ਤਾਂ ਹੋ ਜਾਂਦੀਆਂ ਬਟ ਡਿਜ਼ੋਲਵ ਨਹੀਂ ਹੁੰਦੀਆਂ ਵਾਟਰ 'ਚ। ਸੋ ਰੈਜ਼ਿਨਸ ਹੈਵ ਸਪੈਸੀਫਿਕ ਗ੍ਰੈਵਿਟੀ ਮੋਰ ਦੈਨ 1 ਐਂਡ ਹੈਵੀਅਰ ਦੈਨ ਵਾਟਰ ਐਂਡ ਔਨ ਸਟੋਰੇਜ ਦੇ ਡਾਰਕਨ ਇਨ ਕਲਰ। ਇਗਜ਼ਾਮਪਲ ਹੈਗੀ ਰੈਜ਼ਿਨਸ ਦੀ, ਜਿੱਦਾਂ ਆਪਾਂ ਸੌਗੀ ਕਿਸ਼ਮਿਸ਼ ਵਗੈਰਾ ਯੂਜ਼ ਕਰਦੇ ਹਾਂ, ਉਹ ਇਗਜ਼ਾਮਪਲ ਹੈਗੀ ਹੈ ਰੈਜ਼ਿਨਸ ਦੀ ਆਪਣੀ। ਸੋ ਕਲਾਸੀਫਿਕੇਸ਼ਨ ਦੇ ਵਿੱਚ ਕੈਮੀਕਲ ਕਲਾਸੀਫਿਕੇਸ਼ਨ ਨਾਮ ਹੀ ਹੈ ਜੇ ਐਸਿਡ ਰੈਜ਼ਿਨਸ, ਰੈਜ਼ਿਨ ਅਲਕੋਹਲ, ਰੈਜ਼ਿਨ ਫਿਨੋਲ, ਮਤਲਬ ਕਿਹੜਾ ਕੈਮੀਕਲ ਕੌਂਸਟੀਟਿਊਐਂਟ ਪ੍ਰੈਜ਼ੈਂਟ ਆ ਰੈਜ਼ਿਨਸ ਦੇ ਨਾਲ ਕੋਂਬੀਨੇਸ਼ਨ ਦੇ ਵਿੱਚ, ਉਹਦੇ ਬੇਸਿਸ 'ਤੇ ਹੀ ਇਹਦਾ ਨਾਮ ਦਿੱਤਾ ਹੋਇਆ। ਜਿੱਦਾਂ ਐਸਿਡ ਰੈਜ਼ਿਨਸ ਹੈਗੀਆਂ ਉਹਦੀ ਇਗਜ਼ਾਮਪਲ ਪੜ੍ਹ ਲੈਣੀ ਆ ਤੁਸੀਂ। ਕੋਲੋਫੋਨੀ ਡਰੱਗ ਹੁੰਦੀ ਆ, ਆਕਸੀਪੇਵਿਕ ਪ੍ਰੈਮਿਕ ਐਸਿਡ ਹੁੰਦਾ ਉਹਦੇ 'ਚ। ਰੈਜ਼ੀਨਸ ਨਿਊਟਰਲ ਐਂਡ ਇਨਰਟ ਸਬਸਟੈਂਸਿਸ ਹੁੰਦੇ ਆ। ਡੂ ਨਾਟ ਕੰਟੇਨ ਕੈਰੈਕਟਰਿਸਟਿਕ ਫੰਕਸ਼ਨਲ ਗਰੁੱਪ। ਜਿਹੜੀਆਂ ਇਕੱਲੀਆਂ ਰੈਜ਼ੀਨਸ ਆ ਉਹਦੇ ਵਿੱਚ ਕੋਈ ਵੀ ਫੰਕਸ਼ਨਲ ਗਰੁੱਪ ਨਹੀਂ ਪ੍ਰੈਜ਼ੈਂਟ। ਜਿਹਦੇ ਵਿੱਚ ਫੰਕਸ਼ਨਲ ਗਰੁੱਪ ਪ੍ਰੈਜ਼ੈਂਟ ਆ ਉਹਨੂੰ ਆਪਾਂ ਅਲੱਗ-ਅਲੱਗ ਨਾਮ ਦਿੱਤੇ ਹੋਏ ਆ, ਰੈਜ਼ਿਨ ਐਸਿਡ, ਰੈਜ਼ਿਨ ਅਲਕੋਹਲ, ਰੈਜ਼ਿਨ ਫਿਨੋਲ। ਸੋਚ ਤੋਂ ਅੱਗੇ ਇਹ ਪੜ੍ਹ ਲਿਓ ਤੁਸੀਂ, ਈਜ਼ੀ ਆ। ਜੇ ਨਹੀਂ ਪਤਾ ਚੱਲੂਗਾ ਤਾਂ ਫਿਰ ਆਪਾਂ ਨੈਕਸਟ ਕਲਾਸ 'ਚ ਇਹਨੂੰ ਦੇਖ ਲਵਾਂਗੇ। ਸੋ ਐਕਸਟ੍ਰੈਕਸ਼ਨ ਦੇ ਲਈ ਆਪਾਂ ਕੀ ਕਰਦੇ ਹਾਂ? ਇਟ ਇਜ਼ ਐਕਸਟ੍ਰੈਕਟਿਡ ਫਰੋਮ ਪਲਾਂਟ ਐਂਡ ਐਨੀਮਲਸ ਬਾਈ ਫੋਲੋਇੰਗ ਮੈਥਡ। ਫਸਟ ਕੀ ਹੈ? ਬਾਈ ਐਕਸਟ੍ਰੈਕਸ਼ਨ ਵਿਦ ਅਲਕੋਹਲ ਐਂਡ ਦੈਨ ਪ੍ਰੈਸੀਪੀਟੇਟ ਵਿਦ ਵਾਟਰ। ਅਲਕੋਹਲ ਦੇ ਨਾਲ ਐਕਸਟ੍ਰੈਕਟ ਕਰਤਾ, ਵਾਟਰ ਦੇ ਵਿੱਚ ਪ੍ਰੈਸੀਪੀਟੇਟ ਬਣਾ ਲਏ। ਇਗਜ਼ਾਮਪਲ ਹੈਗੀ ਜ਼ਲਪ, ਹਿਪੋਮੋਇਆ। ਸੈਕਿੰਡ ਹੈਗਾ ਐਜ਼ ਪਲਾਂਟ ਐਕਸੀਡੇਟਸ ਬਾਈ ਇੰਜਰੀ ਔਰ ਇਨਸੀਜ਼ਨ। ਜਿਹੜਾ ਪਲਾਂਟ ਹੈਗਾ ਆਪਣੇ ਵਿੱਚ ਉਹ ਮਟੀਰੀਅਲ ਨਿਕਲ ਜਾਂਦਾ ਉਹਦੇ ਵਿੱਚੋਂ, ਜਿੱਦਾਂ ਥਿੱਕ ਜਿਹਾ ਮਟੀਰੀਅਲ ਨਿਕਲਦਾ ਹੁੰਦਾ। ਕਈ ਵਾਰ ਆਪਾਂ ਪਲਾਂਟ ਨੂੰ ਬਾਰਕ ਨੂੰ ਆਪਾਂ ਛਿੱਲ ਦਈਏ ਜਾਂ ਫਿਰ ਕੁਛ ਤੋੜੀਏ ਕਿਸੇ ਉੱਥੋਂ ਹੈ ਨਾ, ਕੋਈ ਏਰੀਅਲ ਪਾਰਟ ਨੂੰ ਆਪਾਂ ਪਲੱਗ ਕਰ ਦਈਏ, ਉਹਦੇ 'ਚ ਕੀ ਹੁੰਦਾ ਪਲਾਂਟ ਦੇ ਵਿੱਚ ਇੰਜਰੀ ਹੋ ਜਾਂਦੀ ਹੈ, ਉੱਥੋਂ ਕੋਈ ਨਾ ਕੋਈ ਗਮੀ ਮਟੀਰੀਅਲ ਨਿਕਲ ਆਉਂਦਾ ਹੈਗਾ। ਫੋਰ ਐਗਜ਼ਾਮਪਲ ਜਿਹੜੇ ਐਸਫੋਟਿਡਾ ਹਿੰਗ ਵਗੈਰਾ ਜਿਹੜੀ ਹੁੰਦੀ ਹੈ ਉਹ ਵੀ ਇੱਦਾਂ ਹੀ ਨਿਕਲਦੀ ਹੈ। ਸੋ ਹਿੰਗ, ਮਿਰ, ਇਹ ਸਾਰੀਆਂ ਵੀ ਕੀ ਆ ਰੈਜ਼ਿਨਸ ਦੀਆਂ ਵਰਾਇਟੀਜ਼ ਹੈਗੀਆਂ। ਔਰ ਇਹਨੂੰ ਜੇ ਆਪਾਂ ਪਲਾਂਟ ਇੰਜਰੀ ਕਰ ਦਿੰਦੇ ਹਾਂ ਕੋਈ, ਉੱਥੋਂ ਊਜ਼ ਆਊਟ ਹੁੰਦੀ ਹੈ ਬਾਹਰ। ਸੋ ਥਰਡ ਹੈਗਾ ਬਾਈ ਹੀਟਿੰਗ ਦੀ ਪਲਾਂਟ ਪਾਰਟ। ਫੋਰਥ ਮੈਥਡ ਹੈਗਾ ਬਾਈ ਡਿਸਟੀਲੇਸ਼ਨ ਮੈਥਡ। ਐਂਡ ਫਿਫਥ ਬਾਈ ਵੇਰੀਅਸ ਟਰੀਟਮੈਂਟ ਆਫ ਐਕਸਕ੍ਰੀਸ਼ਨਸ obtained ਫਰੋਮ ਐਨੀਮਲ। ਐਨੀਮਲਸ ਤੋਂ ਵੀ ਸਾਨੂੰ ਰੈਜ਼ਿਨਸ ਮਿਲਦੀਆਂ ਹੈਗੀਆਂ। ਫੋਰ ਐਗਜ਼ਾਮਪਲ ਸ਼ਿਲੈਕ। ਆਈਡੈਂਟੀਫਿਕੇਸ਼ਨ ਕੀ ਟੈਸਟ? ਆਈਡੈਂਟੀਫਿਕੇਸ਼ਨ ਟੈਸਟ ਫਿਜ਼ੀਕਲ ਟੈਸਟ ਕਰ ਲੈਂਦੇ ਹਾਂ। ਫਿਜ਼ੀਕਲ ਟੈਸਟ ਦੇ ਵਿੱਚ ਆਪਾਂ ਉਹੀ ਵਾਲਾ ਆਪਣਾ ਰਿਫਰੈਕਟਿਵ ਇੰਡੈਕਸ ਦੇਖਾਂਗੇ। ਜੇ ਮੋਰ ਦੈਨ 1 ਹੋਏਗਾ ਰਿਫਰੈਕਟਿਵ ਇੰਡੈਕਸ, ਇਟ ਮੀਨਸ ਇਟ ਵਿਲ ਬੀ ਰੈਜ਼ਿਨਸ। ਐਂਡ ਅਦਰ ਮੈਥਡ ਕੀ ਹੈ? ਜਿੱਦਾਂ ਆਪਾਂ ਫਿਜ਼ੀਕਲੀ ਉਹਦਾ ਕਲਰ ਦੇਖਾਂਗੇ ਜਾਂ ਉਹਦੀ ਅਪੀਅਰੈਂਸ ਦੇਖਾਂਗੇ, ਉਹਦਾ ਫਰੈਕਚਰ ਦੇਖਾਂਗੇ, ਤਾਂ ਸਾਨੂੰ ਪਤਾ ਚੱਲ ਜਾਏਗਾ ਕਿ ਇਹ ਕਿਸ ਟਾਈਪ ਦਾ ਮਟੀਰੀਅਲ ਆ, ਵਾਟਰ ਦੇ ਵਿੱਚ ਡਿਜ਼ੋਲਵ ਹੋ ਰਿਹਾ ਜਾਂ ਨਹੀਂ ਹੋ ਰਿਹਾ। ਜਾਂ ਜੇ ਆਪਾਂ ਉਹਨੂੰ ਹੱਥ ਦੇ ਨਾਲ ਟੱਚ ਕਰਦੇ ਹਾਂ ਅਤੇ ਉਹ ਗਮੀ ਮਟੀਰੀਅਲ ਆ ਜਾਂ ਕਿੱਦਾਂ ਦਾ, ਉਸ ਬੇਸਿਸ 'ਤੇ ਆਪਾਂ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਇਹ ਵਾਲੀ ਡਰੱਗ ਰੈਜ਼ਿਨ ਹੋ ਸਕਦੀ ਹੈ। ਸੋ ਕੈਮੀਕਲ ਟੈਸਟ ਜਿਹੜਾ ਹੈਗਾ ਉਹ ਆਪਾਂ ਆਲਰੇਡੀ ਕੀਤਾ ਹੋਇਆ ਸੀਗਾ, ਜਿਹੜੇ ਮੈਂ ਤੁਹਾਨੂੰ ਟੈਸਟ ਲਿਖਵਾਏ ਸੀਗੇ ਇੱਕ ਵਾਰੀ ਟੇਬਲ ਦੇ ਵਿੱਚ ਅਸਾਈਨਮੈਂਟ ਬਣਾਈ ਸੀ, ਉੱਥੇ ਦੇਖ ਲਿਓ ਬਾਕੀ ਟੈਸਟ।
हाँ जी स्टूडेंट्स ਤੁਸੀਂ पढ़ लिए वाले टॉपिक जे कोई क्वायरी होगी मैंने पर्सनल व्हाट्सएप कर लियो जे किसी ने कुछ पुछना होगा या फिर जो भी अपनी क्लास लगूगी ਉਹਦੇ ਵਿੱਚ कर लियो ठीक है ਤੇ ਬਾਕੀ ਤੁਹਾਡੇ MST ਹੈਗੇ ਹੁਣ ਓਕੇ ਮੈਮ ਠੀਕ ਹੈ MST ਲਈ ਤੁਸੀਂ ਆਪਣੇ ਚੈਪਟਰ ਜਿਹੜਾ ਹੈਗਾ ਤੁਹਾਡਾ 3rd यूनिट प्लांट टिश्यू कल्चर चंगी तरह पढ़ लियो 2nd यूनिट ऑन 3rd यूनिट ठीक है एंड Okay, हाँ ma'am. जो 4th ਉਹ ਸੁਣ ਤਾਂ ਲਓ ਪਹਿਲਾਂ 2nd 3rd ਤੇ 4th यूनिट ਜਿਹੜਾ ਫਸਟ ਵਾਲਾ ਟੌਪਿਕ ਸੀਗਾ ਨਾ ਅਪ ਟੂ ਅਲਕਲੋਇਡ ਇੱਥੇ ਤੱਕ ਤੁਸੀਂ ਯਾਦ ਕਰ ਲਿਓ ਪੇਪਰ ਲਈ ਰਾਈਟ ਓਕੇ ਮੈਮ याद करना में ये नहीं कि नकल नुकल मार के लिख देना चीटिंग करके कॉपी कर लेना ठीक है जी ठीक है ओके बाय बाय ਓਕੇ ਮੈਮ ਓਕੇ ਮੈਮ